ਵਾਹਿਗੁਰੂ।
ਵਾਹਿਗੁਰੂ ਜੀ। ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਚਾਰੇ ਕੁੰਡਾਂ ਭਲ ਕੇ ਆਏ ਪਿਆ ਸ਼ਰਨਾਈ। ਨਾਨਕ ਸੱਚੇ ਪਾਤਸ਼ਾਹ ਡੁਬਦਾ ਲਿਆ ਕਢਾਈ। ਮੂਕ ਉਚਰੇ ਸ਼ਾਸਤਰ ਖਟ ਮੂਕ ਉਚਰੇ ਸ਼ਾਸਤਰ ਖਟ। ਪਿੰਗ ਕਿਰਨ ਚੜ ਜਾਈ ਅੰਧ ਲਖੇ ਬਦਰੋ ਸੁਨੇ। ਜੋ ਕਾਲ ਕਿਰਪਾ ਕਰਾਏ ਕਿਦੇ ਦਰ ਜਾਵਾਂ ਜੀ। ਹਾਂ ਕਿਦੇ ਦਰ ਜਾਵਾਂ ਜੀ। ਛੱਡ ਕੇ ਦੁਆਰਾ ਕਿਦੇ ਦਰ ਜਾਵਾਂ ਜੀ। ਛੱਡ ਕੇ ਦੁਆਰਾ ਤੇਰਾ ਕਿਦੇ ਦਰ ਜਾਵਾਂ ਜੀ। ਛੱਡ ਕੇ ਦੁਆਰਾ ਤੇਰਾ ਕਿਦੇ ਦਰ ਜਾਵਾਂ ਜੀ। ਛੱਡ ਕੇ ਕਿਦੇ ਦਰ ਜਾਵਾਂ ਜੀ। ਛੱਡ ਕੇ ਦੁਆਰਾ ਤੇਰਾ 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 ਛੱਡ ਕੇ ਦੁਆਰਾ ਹਾਂ ਛੱਡ ਕੇ ਦੁਆਰਾ ਤੇਰਾ। ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ ਛੱਡ ਕੇ ਦੁਆਰਾ ਤੇਰਾ। ਛੱਡ ਕੇ ਦੁਆਰਾ ਤੇਰਾ 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 ਛੱਡ ਕੇ ਦੁਆਰਾ ਹਾਂ ਛੱਡ ਕੇ ਦੁਆਰਾ ਤੇਰਾ। ਛੱਡ ਕੇ ਦੁਆਰਾ ਤੇਰਾ
के द्वारा तेरा किदे दर जावा साइया छत 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 के द्वारा तेरा सगल द्वार को छाड़ के गयो तुहारो द्वार कहने की लाज अस गोविंद दास तुहार वाहिगुरु 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 वाहिगुरु
ਵਾਹਿਗੁਰੂ 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 ਕੋਈ ਕਿਸੇ ਦਾ ਹੈ ਕੋਈ, ਮੇਰਾ ਇੱਕ ਤੂੰ ਹੈ ਮਾਲਕਾ। ਕੋਈ ਕਿਸੇ ਦਾ ਹੈ ਕੋਈ, ਮੇਰਾ ਇੱਕ ਤੂੰ ਹੈ ਮਾਲਕਾ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੈ ਮਾਲਕਾ। ਕੋਈ ਕਿਸੇ ਦਾ ਕੋਈ, ਮੇਰਾ ਇੱਕ ਤੂੰ ਹੈ ਮਾਲਕਾ। ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਆਪਾਂ ਸਾਰੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਔਰ ਪਵਿੱਤਰ ਦਰਬਾਰ ਵਿੱਚ ਬੈਠ ਕਰਕੇ ਸਤਸੰਗ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਸਾਹਿਬੇ ਕਮਾਲ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਵਤਾਰ ਦਿਹਾੜੇ ਰਲ ਮਿਲ ਕੇ ਸਾਰੀਆਂ ਸੰਗਤਾਂ ਮਨਾ ਰਹੀਆਂ ਹਨ। ਕੋਈ ਵੀ ਬੇਨਤੀ ਆਰੰਭ ਕਰਨ ਤੋਂ ਪਹਿਲਾਂ, ਕੋਈ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਅਰਾ ਰਲ ਮਿਲ ਕੇ ਸਾਰੇ ਬੁਲੰਦ ਕਰੀਏ। ਸਾਰੀਆਂ ਸੰਗਤਾਂ, ਸਾਰੇ ਭਾਈ, ਸਾਰੇ ਬੀਬੀਆਂ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਜੀ ਨੇ ਅਪਾਰ ਕਿਰਪਾ ਕੀਤੀ ਹੈ, ਆਪਾਂ ਸਾਰਿਆਂ ਨੂੰ ਆਪਣੀ ਬਖਸ਼ਿਸ਼ ਨਾਲ ਨਵਾਜਿਆ ਹੈ। ਆਪਣੀ ਨਿੱਕੀ ਗੋਦ ਵਿੱਚ ਬੈਠਣ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸਮੇਂ ਨੂੰ ਸਫਲਾ ਕਰਨ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਇੱਕ ਤੇ ਉਹ ਸਮਾਂ ਹੈ ਜਿਹੜਾ ਆਪਾਂ ਸਾਰਿਆਂ ਨੂੰ ਅਕਾਲ ਪੁਰਖ ਵੱਲੋਂ, ਰੱਬ ਵੱਲੋਂ, ਭਗਵਾਨ ਵੱਲੋਂ ਮਨੁੱਖਾ ਦੇਹ ਦੇ ਕੇ ਬਖਸ਼ਿਸ਼ ਕੀਤਾ। ਕਿਸੇ ਨੂੰ 50 ਸਾਲ ਮਿਲੇ ਨੇ, ਕਿਸੇ ਨੂੰ 70 ਸਾਲ ਮਿਲੇ ਨੇ, ਕਿਸੇ ਨੂੰ 80 ਸਾਲ ਮਿਲੇ ਨੇ।
ਇਹ ਸਮਾਂ ਸਾਰਿਆਂ ਨੂੰ ਪ੍ਰਾਪਤ ਹੋਇਆ। ਜਿਨ੍ਹਾਂ ਨੂੰ ਮਨੁੱਖਾ ਦੇਹ ਮਿਲੀ ਹੈ ਸਭ ਨੂੰ ਪ੍ਰਮਾਤਮਾ ਨੇ ਕੁਝ ਨਾ ਕੁਝ ਸਮਾਂ ਦੇ ਕੇ ਭੇਜਿਆ ਹੈ। ਪਰ ਇਹ ਸਮਾਂ ਜਿਹੜਾ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਜੀ, ਇਹਨੂੰ ਅੱਗੇ ਸਫਲ ਕਰਨ ਦਾ ਸਮਾਂ, ਦਿੱਤੇ ਹੋਏ ਸਮੇਂ ਨੂੰ ਸਫਲ ਕਰਨ ਦਾ ਸਮਾਂ, ਇਹ ਭਾਗਾਂ ਵਾਲੇ ਵਿਰਲੇ ਮਨੁੱਖਾਂ ਨੂੰ ਪ੍ਰਾਪਤ ਹੁੰਦਾ ਹੈ। ਸਮੇਂ ਨੂੰ ਸਫਲਾ ਕਰਨ ਦਾ ਸਮਾਂ। ਸਭ ਤੋਂ ਪਹਿਲਾਂ ਆਪਣੇ ਤੇ ਕਿਰਪਾ ਹੋਈ, ਆਪਾਂ ਨੂੰ ਮਨੁੱਖਾ ਸਰੀਰ ਮਿਲਿਆ, ਸਮਾਂ ਮਿਲਿਆ। ਉਦੋਂ ਵੱਡੇ ਭਾਗ ਪੰਜਾਬ ਦੀ ਧਰਤੀ ਤੇ ਜਨਮ ਮਿਲਿਆ। ਉਸ ਤੋਂ ਵੀ ਵੱਡੇ ਭਾਗ ਗੁਰਸਿੱਖਾਂ ਦੇ ਘਰੇ ਜਨਮ ਮਿਲਿਆ। ਤੇ ਸਭ ਤੋਂ ਵੱਡੇ ਭਾਗ ਗੁਰੂ ਚਰਨਾਂ ਵਿੱਚ ਬਹਿਣ ਦਾ ਸਮਾਂ ਮਿਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਦੀ ਬਾਣੀ ਦਾ ਫਰਮਾਨ ਹੈ, ਮਹਾਰਾਜ ਕਹਿੰਦੇ ਨੇ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤੇ ਆ। ਸਭ ਤੋਂ ਉੱਤਮ ਭਾਗ, ਸਭ ਤੋਂ ਚੰਗੇ ਭਾਗ ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਸਿੱਖ ਦੇ ਹਨ ਜਿਹੜਾ ਸਿੱਖ ਹਰ ਰੋਜ਼ ਜਾ ਕੇ ਆਪਣੇ ਗੁਰੂ ਦੀ ਗੋਦ ਦਾ ਆਨੰਦ ਮਾਣਦਾ ਹੈ, ਗੁਰੂ ਦੀ ਗੋਦ ਵਿੱਚ ਬੈਠਦਾ ਹੈ। ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਪਣੇ ਆਪ ਨੂੰ ਕਲਯੁਗ ਦੀ ਮਾਇਆ ਵਿੱਚ ਬਹੁਤਾ ਮਸ਼ਰੂਫ ਨਹੀਂ ਹੋਣ ਦਿੰਦਾ। ਮਾਇਆ ਹੱਥੋਂ ਠੱਗ ਨਹੀਂ ਹੁੰਦਾ ਹੈ। ਸਮੇਂ ਚੋਂ ਸਮਾਂ ਕੱਢ ਕੇ ਜਾ ਕੇ ਆਪਣੇ ਖਸਮ ਦੇ, ਆਪਣੇ ਮਾਲਕ ਦੇ ਦਰਸ਼ਨ ਕਰਦਾ ਹੈ, ਸੇਵਾ ਕਰਦਾ ਹੈ, ਬਾਣੀ ਪੜ੍ਹਦਾ ਹੈ, ਸਮੇਂ ਨੂੰ ਸਫਲਾ ਕਰਦਾ ਹੈ। ਆਪਾਂ ਸਾਰਿਆਂ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਹੈ ਤੇ ਕੋਸ਼ਿਸ਼ ਕਰਿਓ ਜਿੱਥੇ ਤੁਸੀਂ ਅਖੰਡ ਪਾਠ ਸਾਹਿਬ ਕਰਵਾਇਆ ਹੈ, ਜਿੱਥੇ ਤੁਸੀਂ ਲੰਗਰ ਲਾਇਆ ਹੈ, ਜਿੱਥੇ ਤੁਸੀਂ ਇੰਨਾ ਸਮਾਗਮ ਕਰਨ ਦੀ ਖੇਚਲ ਕੀਤੀ ਹੈ, ਹੁਣ ਵੱਧ ਤੋਂ ਵੱਧ ਇਹ ਕੋਸ਼ਿਸ਼ ਕਰਿਓ ਵੀ ਆਪਾਂ ਸਮੇਂ ਤੋਂ ਪੂਰਾ ਲਾਭ ਵੀ ਲੈ ਸਕੀਏ, ਗੁਰੂ ਸਾਹਿਬ ਦੀਆਂ ਖੁਸ਼ੀਆਂ ਵੀ ਲੈ ਸਕੀਏ। ਸੱਚੇ ਪਾਤਸ਼ਾਹ ਤੁਹਾਡੀ ਸੇਵਾ ਦੇਖ ਕੇ ਪਤਾ ਨਹੀਂ ਕਿਹੜੀ ਕਿਹੜੀ ਬਖਸ਼ਿਸ਼ ਤੁਹਾਡੀ ਝੋਲੀ ਵਿੱਚ ਪਾ ਕੇ ਅੱਜ ਮੋੜਨਗੇ। ਕੋਈ ਪਤਾ ਨਹੀਂ ਕਿੰਨੀਆਂ ਦਾਤਾਂ ਗੁਰੂ ਸਾਹਿਬ ਜੀ ਬਖਸ਼ ਕੇ ਇੱਥੋਂ ਤੁਰਦੇ ਹਨ। ਪਰ ਗੁਰੂ ਕੋਲੋਂ ਦਾਤ ਲੈਣ ਦੀ ਸਾਧ ਸੰਗਤ ਦੀ ਇੱਕ ਜੁਗਤੀ ਹੈ, ਇੱਕ ਤਰੀਕਾ ਹੈ। ਸਿਆਣੇ ਕਹਿੰਦੇ ਨੇ ਜੁਗਤੀ ਤੋਂ ਬਿਨਾਂ ਮੁਕਤੀ ਨਹੀਂ ਹੈ। ਹਜ਼ਾਰਾਂ ਲੱਖਾਂ ਮਣ ਲੋਹਾ ਪਾਣੀ ਵਿੱਚ ਤੈਰਦਾ ਹੈ, ਕਿਸੇ ਤਰੀਕੇ ਨਾਲ ਤੈਰਦਾ ਹੈ। ਤੁਸੀਂ ਛੋਟਾ ਜਿਹਾ ਲੋਹੇ ਦਾ ਟੁਕੜਾ ਪਾਣੀ ਵਿੱਚ ਸੁੱਟ ਦਿਓ, 1 ਸਕਿੰਟ ਤੋਂ ਪਹਿਲਾਂ ਡੁੱਬ ਜਾਏਗਾ। ਕਿੰਨੀ ਹੈਰਾਨੀ ਦੀ ਗੱਲ ਹੈ, ਲੱਖਾਂ ਮਣ ਟਨ ਲੋਹਾ ਪਾਣੀ ਵਿੱਚ ਤੈਰਦਾ ਜਹਾਜ਼ਾਂ ਦੇ ਰੂਪ ਦੇ ਵਿੱਚ। ਨਾਲ ਇੰਨਾ ਸਫ਼ਰ ਕਰਨ ਵਾਲੇ ਯਾਤਰੀ ਜਾਂਦੇ ਨੇ। ਉਹ ਕਾਹਦੀ ਸਿਰ ਤੇ ਹੈ? ਉਹ ਕਿਸੇ ਤਰੀਕੇ ਸਿਰ ਤੇ ਹੈ। ਜੁਗਤੀ ਨਾਲ ਮੁਕਤੀ ਹੈ, ਤਰੀਕਾ ਹੈ, ਕੋਈ ਵਿਧ ਹੈ। ਗੁਰੂ ਦੇ ਕੋਲੋਂ ਬਖਸ਼ਿਸ਼ ਲੈਣੀ ਹੋਵੇ, ਗੁਰੂ ਸਾਹਿਬ ਜੀ ਦੀ ਖੁਸ਼ੀ ਲੈਣੀ ਹੋਵੇ, ਤਾਂ ਵੀ ਇੱਥੇ ਜੁਗਤੀ ਦੀ ਜ਼ਰੂਰਤ ਹੈ। ਤੇ ਗੁਰੂ ਕੋਲੋਂ ਬਖਸ਼ਿਸ਼ ਲੈਣ ਦੀ ਸਭ ਤੋਂ ਵਧੀਆ ਵਿਧ ਕਿਹੜੀ ਹੈ? ਗੁਰੂ ਦੇ ਉੱਪਰ ਭਾਵਨਾ ਬਣਾ ਕੇ ਰੱਖਣੀ, ਸ਼ਰਧਾ ਬਣਾ ਕੇ ਰੱਖਣੀ। ਆਪਣੇ ਮਨ ਵਿੱਚ ਇਹ ਭਾਵ ਬਣਾ ਕੇ ਰੱਖਣਾ ਵੀ ਮੇਰੇ ਗੁਰੂ ਸਾਹਿਬ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਰੀਆਂ ਤਾਕਤਾਂ ਦੇ ਮਾਲਕ ਹਨ, ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਮੈਂ ਬਹੁਤ ਥਾਵਾਂ ਤੇ ਬੇਨਤੀ ਕਰਦਾ ਹੁੰਦਾ ਵੀ ਜਦੋਂ ਤੁਸੀਂ ਨਾ ਗੁਰੂ ਘਰੇ ਕਿਸੇ ਵੀ ਜਾਂਦੇ ਹੋ, ਚਾਹੇ ਆਪਣੇ ਨਗਰ ਦੇ ਤੇ ਚਾਹੇ ਕਿਸੇ ਇਤਿਹਾਸਕ ਸਥਾਨ ਦੇ ਉੱਪਰ, ਆਪ ਜੀ ਸਾਰਿਆਂ ਦੇ ਕੰਮ ਆਏਗਾ ਵਚਨ। ਵਰਤ ਕੇ ਦੇਖਿਓ, ਪ੍ਰੈਕਟੀਕਲ ਕਰਕੇ ਦੇਖਿਓ, ਹੁਣੇ ਕਰਕੇ ਦੇਖ ਲਿਓ। ਚਾਹੇ ਜਦੋਂ ਆਪਾਂ ਕਿਸੇ ਗੁਰਦੁਆਰੇ ਵਿੱਚ ਐਂਟਰ ਹੁੰਨੇ ਆ ਨਾ ਜੀ, ਜਦੋਂ ਤੁਸੀਂ ਉਹ ਮੇਨ ਦਰਵਾਜ਼ਾ ਅੰਦਰ ਵੜਦੇ ਹੋ, ਆ ਕੇ ਸਾਹਮਣੇ ਮੇਨ ਦਰਵਾਜ਼ੇ ਤੇ, ਉੱਥੋਂ ਆਪਣੀ ਭਾਵਨਾ ਬਣਾ ਕੇ ਆਓ ਵੀ ਮੈਂ ਮੱਥਾ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ, ਮੈਂ ਗੁਰੂ ਨਾਨਕ ਨੂੰ ਟੇਕਣਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਹਮਣੇ ਚੌਰ ਸਾਹਿਬ ਹੋ ਰਿਹਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਨਹੀਂ, 10 ਪਾਤਸ਼ਾਹੀਆਂ ਉੱਪਰ ਹੋ ਰਿਹਾ ਹੈ। ਤੁਸੀਂ ਹੁਣ ਸਾਰੇ ਬੈਠੇ ਆਪਣੇ ਮਨ ਵਿੱਚ ਇਹ ਭਾਵਨਾ ਬਣਾਓ, ਇਸ ਟਾਈਮ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਪ੍ਰਤੱਖ ਵਿਰਾਜਮਾਨ ਬੈਠੇ ਨੇ, ਤੇ ਦੇਖੋ ਮਨ ਨੂੰ ਕਿਹੋ ਜਿਹਾ ਆਨੰਦ ਆਉਂਦਾ ਹੈ। ਸਾਡਾ ਬਹੁਤ ਵਾਰੀ ਸਵਾਲ ਇਹ ਹੁੰਦਾ ਜੀ, ਅਸੀਂ ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਗੁਰੂ ਘਰੇ ਜਾਂਦੇ ਹਾਂ, ਸਾਡਾ ਮਨ ਨਹੀਂ ਟਿਕਦਾ। ਹੈ ਨਾ ਸਵਾਲ ਸਾਰਿਆਂ ਦਾ, ਬਹੁਤ ਮਿਲਦੇ ਨੇ ਇਹੋ ਜਿਹੇ।
ਵੀ ਬਾਬਾ ਜੀ ਬਾਣੀ ਪਹਿਲਾਂ ਤਾਂ ਕਹਿਣਗੇ ਬਾਣੀ ਪੜ੍ਹਨ ਨੂੰ ਮਨ ਹੀ ਨਹੀਂ ਕਰਦਾ, ਤੇ ਜੇ ਕੋਈ ਸੱਜਣ ਮਿਲ ਵੀ ਜਾਵੇ ਜਿਹੜਾ ਆਖੇ ਮੈਂ ਨਿਤਨੇਮ ਕਰਦਾ ਹਾਂ, ਬਾਣੀ ਪੜ੍ਹਦਾ ਹਾਂ, ਸਵੇਰੇ ਗੁਰੂ ਘਰੇ ਜਾਂਦਾ ਹੈ, ਤੇ 90% ਸਿੱਖਾਂ ਦਾ ਸਵਾਲ ਹੁੰਦਾ ਜੀ ਮਨ ਨਹੀਂ ਟਿਕਦਾ, ਮਨ ਨਹੀਂ ਜੁੜਦਾ। ਕਦੋਂ ਜਪਜੀ ਸਾਹਿਬ ਸ਼ੁਰੂ ਕੀਤਾ, ਕਦੋਂ ਸ਼ਲੋਕ ਪੜ੍ਹਿਆ ਗਿਆ, ਕਦੋਂ ਬੰਨ ਬਾਣੀਆਂ ਹੋ ਗਈਆਂ, ਪਤਾ ਹੀ ਨਹੀਂ ਲੱਗਦਾ ਕਦੋਂ ਨਿਤਨੇਮ ਸੰਪੂਰਨ ਹੋ ਜਾਂਦਾ ਹੈ। ਮਹਾਂਪੁਰਸ਼ਾਂ ਦੀ ਦੱਸੀ ਹੋਈ ਜੁਗਤੀ ਹੈ, ਤਰੀਕਾ ਹੈ, ਜੇ ਕਿਸੇ ਨੇ ਆਪਣਾ ਮਨ ਟਿਕਾਉਣਾ ਨਾ, ਸਭ ਤੋਂ ਵਧੀਆ ਤਰੀਕਾ ਹੈ ਮਨ ਨੂੰ ਟਿਕਾਉਣ ਦਾ। ਜਦੋਂ ਬਾਣੀ ਪੜ੍ਹਦੇ ਹੋ ਤੁਸੀਂ ਆਪਣੇ ਘਰਾਂ ਵਿੱਚ ਬੈਠ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਆਸਾ ਦੀ ਵਾਰ ਦਾ ਕਰਦੇ ਹੋ, ਸੁਖਮਨੀ ਸਾਹਿਬ ਦਾ ਕਰਦੇ ਹੋ, ਇਹ ਭਾਵਨਾ ਬਣਾ ਕੇ ਪਾਠ ਕਰਿਆ ਕਰੋ ਵੀ ਜੇ ਇਸ ਟਾਈਮ ਮੈਂ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਤਾਂ ਗੁਰੂ ਸਾਹਿਬ ਜੀ ਬੈਠੇ ਮੈਨੂੰ ਸੁਣ ਰਹੇ ਹਨ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਮੈਂ ਕਰ ਰਿਹਾ ਹਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਕੋਲ ਬੈਠੇ ਹਨ। ਫਿਰ ਦੇਖਿਓ ਕਿੱਦਾਂ ਮਨ ਟਿਕਦਾ। ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਜਾਪ ਕਰਦੇ ਹੋ, ਬਾਣੀ ਪੜ੍ਹਦੇ ਹੋ, ਤਾਂ ਆਪਣੇ ਮਨ ਵਿੱਚ ਸੋਚੋ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਮੇਰੇ ਕੋਲ ਬੈਠੇ ਹਨ। ਕਿੱਦਾਂ ਨਹੀਂ ਮਨ ਟਿਕੇਗਾ। ਮਹਾਂਪੁਰਸ਼ ਇੱਕ ਬਹੁਤ ਸੋਹਣਾ ਤਰੀਕਾ ਦੱਸਦੇ ਹੁੰਦੇ ਨੇ। ਉਹ ਕਹਿੰਦੇ ਜਦੋਂ ਬਾਣੀ ਪੜ੍ਹਨੀ ਹੋਵੇ ਨਾ, ਤੁਸੀਂ ਜਿਹੜੇ ਕਮਰੇ 'ਚ ਬਹਿ ਕੇ ਪਾਠ ਕਰਦੇ ਹੋ, ਆਪਣੇ ਘਰਾਂ ਵਿੱਚ ਪੂਜਾ ਰੂਮ ਬਣੇ ਹੋਏ ਹੁੰਦੇ ਹਨ, ਜਿੱਥੇ ਵੀ ਬੈਠ ਕੇ ਬਾਣੀ ਪੜ੍ਹਦੇ ਹੋ, ਆਪਣੇ ਸਾਹਮਣੇ ਇੱਕ ਚਿੱਟੀ ਚਾਦਰ ਵਿਛਾ ਲਓ, ਕੋਈ ਕੱਪੜਾ ਘਰੋਂ ਲੈ ਕੇ ਸੁੱਚਾ ਸਾਫ਼ ਵਿਛਾ ਲਓ, ਉਹਦੇ ਉੱਪਰ ਜਲ ਦਾ ਗੜਵਾ ਰੱਖ ਦਿਓ, ਧੂਫ ਲਾ ਲਓ, ਜੋਤ ਜਗਾ ਲਓ। ਸਤਿਪੁਰਸ਼ਾਂ ਦੀ ਜੁਗਤੀ ਹੈ। ਕਹਿੰਦੇ ਕੱਪੜਾ ਵਿਛਾ ਕੇ ਉਹਦੇ ਸਾਹਮਣੇ ਬੈਠ ਕੇ ਪਾਠ ਕਰੋ। ਆਪਣੇ ਮਨ ਵਿੱਚ ਇਹ ਭਾਵਨਾ ਬਣਾਓ, ਇਹ ਚਾਦਰ ਤੇ ਇਸ ਟਾਈਮ ਗੁਰੂ ਨਾਨਕ ਸਾਹਿਬ ਜੀ ਬੈਠੇ ਮੈਨੂੰ ਦੇਖ ਰਹੇ ਨੇ। ਇਹ ਚਾਦਰ ਤੇ ਬੈਠ ਕੇ ਸੱਚੇ ਪਾਤਸ਼ਾਹ ਮੇਰੇ ਕੋਲ ਬਾਣੀ ਸਰਵਣ ਕਰ ਰਹੇ ਹਨ। ਕਹਿੰਦੇ ਸੀ ਮਨ ਟਿਕਾਉਣਾ ਨਹੀਂ ਪਏਗਾ, ਆਪਣੇ ਆਪ ਟਿਕੇਗਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਯਕੀਨ ਨਾ ਹੋਵੇ ਤਾਂ ਪ੍ਰਤਿਆ ਕੇ ਦੇਖ ਲਿਓ। ਸ਼ਾਮ ਨੂੰ ਨਿਤਨੇਮ ਕਰਨਾ, ਸਵੇਰੇ ਉੱਠ ਕੇ 5 ਬਾਣੀਆਂ ਦਾ ਪਾਠ ਤੁਹਾਡੇ ਚੋਂ ਕਰਦੇ ਹੋਣਗੇ ਬਹੁਤ ਗੁਰਮੁਖ। ਇਹ ਕੰਮ ਕਰਕੇ ਦੇਖ ਲਿਓ, ਬਹੁਤ ਸੌਖਾ ਤਰੀਕਾ ਹੈ। ਤੇ ਇੱਕ ਗੱਲ ਹੋਰ, ਕਈ ਵਾਰੀ ਅਸੀਂ ਬਾਣੀ ਪੜ੍ਹਨੀ ਇਸ ਕਰਕੇ ਛੱਡ ਦਿੰਦੇ ਆ ਵੀ ਮਨ ਨਹੀਂ ਟਿਕਦਾ, ਸਵਾਦ ਤਾਂ ਕੋਈ ਆਉਂਦਾ ਨਹੀਂ। ਕਿਸੇ ਨੇ ਮਹਾਂਪੁਰਸ਼ਾਂ ਨੂੰ ਸਵਾਲ ਕੀਤਾ, ਕਹਿੰਦਾ ਮਹਾਂਪੁਰਸ਼ੋ, ਉਹ ਮੁਸਲਮਾਨ ਭਰਾ ਸੀ, ਕਹਿੰਦਾ ਜੀ ਮੈਂ ਨਮਾਜ਼ ਪੜ੍ਹਦਾ 5 ਟਾਈਮ ਦੀ, ਬਹੁਤ ਲੰਮਾ ਸਮਾਂ ਨਮਾਜ਼ ਪੜ੍ਹਦਿਆਂ ਹੋ ਗਿਆ, ਪਰ ਮੈਨੂੰ ਹੁਣ ਤੱਕ ਨਮਾਜ਼ ਵਿੱਚੋਂ ਕੋਈ ਰਸ ਨਹੀਂ ਆਇਆ, ਕੋਈ ਸਵਾਦ ਨਹੀਂ ਆਇਆ। ਉਹ ਜਿਹੜੇ ਫਕੀਰ ਸੀ ਅੱਗਿਓਂ ਮਹਾਂਪੁਰਸ਼ ਸੀ, ਉਹ ਕਹਿਣ ਲੱਗੇ ਵੀ ਤੈਨੂੰ ਸਵਾਦ ਨਹੀਂ ਆਇਆ, ਰਸ ਨਹੀਂ ਆਇਆ, ਪੜ੍ਹਦਾ ਤੇ ਹੈ ਨਾ, ਛੱਡੀ ਤਾਂ ਨਹੀਂ 5 ਵਕਤ ਦੀ ਨਮਾਜ਼। ਕਹਿੰਦੇ ਨਹੀਂ ਮਹਾਰਾਜ, ਨਮਾਜ਼ ਨਹੀਂ ਮੈਂ ਛੱਡੀ। ਘੁੱਟ ਕੇ ਆਪਣੀ ਗੱਲ ਵਕੜੀ ਚ ਲੈ ਲਿਆ। ਕਹਿੰਦੇ ਤੂੰ ਸਵਾਦ ਦਾ ਬੰਦਾ ਨਹੀਂ, ਤੂੰ ਰੱਬ ਦਾ ਬੰਦਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜੇ ਤੂੰ ਸਵਾਦ ਪਿੱਛੇ ਲੱਗਾ ਹੁੰਦਾ, ਰਸ ਪਿੱਛੇ ਲੱਗਾ ਹੁੰਦਾ, ਵੀ ਰਸ ਬਾਣੀ ਪੜ੍ਹਦਿਆਂ ਨਮਾਜ਼ ਪੜ੍ਹਦਿਆਂ ਆ ਗਿਆ ਤੇ ਪੜ੍ਹਨੀ ਹੈ, ਨਹੀਂ ਆਇਆ ਤੇ ਨਹੀਂ ਪੜ੍ਹਨੀ। ਤੂੰ ਸਵਾਦਾਂ ਪਿੱਛੇ ਨਹੀਂ, ਤੂੰ ਰਸਾਂ ਪਿੱਛੇ ਨਹੀਂ ਲੱਗਾ। ਤੂੰ ਇਹ ਸੋਚ ਕੇ ਨਮਾਜ਼ ਪੜ੍ਹਦਾ ਮਨ ਟਿਕੇ ਭਾਵੇਂ ਨਾ ਟਿਕੇ, ਰਸ ਆਵੇ ਭਾਵੇਂ ਨਾ ਆਵੇ, ਮੈਨੂੰ ਮੇਰੇ ਰੱਬ ਦਾ ਹੁਕਮ ਹੈ 5 ਟਾਈਮ ਦੀ ਨਮਾਜ਼ ਪੜ੍ਹਨੀ ਹੈ। ਸਿੱਖ ਵਾਸਤੇ ਵੀ ਇਹੀ ਹੁਕਮ ਹੈ। ਸਿੱਖ ਦੇ ਵਸ ਵਿੱਚ ਨਹੀਂ ਹੈ ਆਪਣਾ ਮਨ ਟਿਕਾ ਸਕੇ। ਕੋਈ ਤੁਹਾਡੇ ਚੋਂ ਬਾਂਹ ਖੜੀ ਕਰਕੇ ਗੱਲ ਕਹਿ ਦੇਵੇ ਮੇਰਾ ਮਨ ਮੇਰੇ ਕਾਬੂ ਵਿੱਚ ਹੈ, ਕੋਈ ਨਹੀਂ ਕਹਿ ਸਕਦਾ, ਮੈਂ ਵੀ ਨਹੀਂ ਕਹਿ ਸਕਦਾ ਮੇਰਾ ਮਨ ਮੇਰੇ ਕਾਬੂ ਵਿੱਚ ਹੈ। ਕਿਸੇ ਦੇ ਕਾਬੂ ਨਹੀਂ ਰਹਿੰਦਾ। ਮਨ ਨੂੰ ਵਸ ਵਿੱਚ ਕਰਨਾ ਇਹ ਗੁਰੂ ਦੇ ਵਸ ਵਿੱਚ ਹੈ। ਗੁਰੂ ਬਖਸ਼ਿਸ਼ ਕਰੇਗਾ ਮਨ ਵਸ ਆਵੇ ਨਾਨਕਾ, ਜੇ ਪੂਰਨ ਕਿਰਪਾ ਹੋਏ। ਆਪਾਂ ਆਪਣੇ ਮਨ ਨੂੰ ਵਸ ਕਰਨ ਵਾਸਤੇ ਬਾਣੀ ਨਹੀਂ ਪੜ੍ਹਨੀ, ਮਨ ਟਿਕਾਉਣ ਵਾਸਤੇ ਬਾਣੀ ਨਹੀਂ ਪੜ੍ਹਨੀ। ਇਹ ਕੰਮ ਗੁਰੂ ਦਾ ਹੈ, ਗੁਰੂ ਟਿਕਾਵੇਗਾ। ਆਪਣਾ ਕੰਮ ਹੈ ਗੁਰੂ ਦਾ ਬਚਨ ਮੰਨਣਾ ਹੈ। ਮਹਾਰਾਜ ਨੇ ਕਿਹਾ 5 ਬਾਣੀਆਂ ਦਾ ਪਾਠ ਕਰਨਾ ਹੈ ਤਾਂ ਕਰਨਾ ਹੈ, ਬਸ ਗੱਲ ਖਤਮ। ਰਹਿ ਰਸ ਪੜ੍ਹੇ ਬਿਨਾਂ ਪ੍ਰਸ਼ਾਦਾ ਨਹੀਂ ਛਕਣਾ ਤੇ ਨਹੀਂ ਛਕਣਾ। ਸੋਲਾ ਸਾਹਿਬ ਦੀ ਬਾਣੀ ਪੜ੍ਹੇ ਬਿਨਾਂ ਨਹੀਂ ਸੌਣਾ ਤੇ ਨਹੀਂ ਸੌਣਾ। ਤੁਸੀਂ ਆਪਣਾ ਕੰਮ ਕਰਦੇ ਰਹੋ, ਫਲ ਦੇਣਾ ਨਹੀਂ ਦੇਣਾ ਇਹ ਗੁਰੂ ਦੀ ਮਰਜ਼ੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇੱਕ ਇੱਥੇ ਹੋਰ ਨੋਟ ਰੱਖਿਓ ਗੱਲ, ਤੁਸੀਂ ਕਦੇ ਕੱਪੜਾ ਰੰਗਾਉਣ ਵਾਸਤੇ ਲੈ ਕੇ ਜਾਓ ਲਲਾਰੀ ਦੇ ਕੋਲ, ਧਿਆਨ ਦਿਓ।
ਕਪੜਾ ਹੋਵੇ ਤੁਹਾਡਾ ਮੈਲਾ, ਸਾਫ਼ ਨਾ ਕੀਤਾ ਹੋਵੇ, ਲਲਾਰੀ ਕਦੇ ਰੰਗ ਨਹੀਂ ਚਾੜੇਗਾ। ਉਹ ਕਹੇਗਾ ਪਹਿਲਾਂ ਇਹਨੂੰ ਧੋ ਕੇ ਲੈ ਕੇ ਆ, ਸਾਫ਼ ਕਰਕੇ ਲੈ ਕੇ ਆ, ਫੇਰ ਰੰਗ ਚਾੜਾਂਗਾ ਮੈਂ। ਸਾਧ ਸੰਗਤ, ਜਿਵੇਂ ਮੈਲੇ ਕੱਪੜੇ ਤੇ ਰੰਗ ਨਹੀਂ ਚੜ ਸਕਦਾ, ਧੋਤੇ ਕੱਪੜੇ ਤੇ ਰੰਗ ਚੜੇਗਾ, ਸਾਫ਼ ਕੱਪੜੇ ਤੇ ਰੰਗ ਚੜੇਗਾ, ਬਾਣੀ ਦਾ ਰੰਗ ਵੀ ਮੈਲੇ ਮਨ ਤੇ ਕਦੇ ਨਹੀਂ ਚੜ ਸਕਦਾ ਹੈ। ਜਿੰਨਾ ਸਮਾਂ ਅੰਦਰ ਮੈਲ ਹੈ, ਵਿਕਾਰਾਂ ਦੀ ਮੈਲ ਹੈ, ਪਾਪਾਂ ਦੀ ਮੈਲ ਹੈ, ਕਰਮਾਂ ਦੀ ਮੈਲ ਹੈ, ਉਨਾ ਸਮਾਂ ਮਨ ਨਹੀਂ ਟਿਕੇਗਾ ਉਦੋਂ ਜਿਵੇਂ ਜਿੰਦਣ ਅੰਦਰੋਂ ਮੈਲ ਖਤਮ ਹੋ ਗਈ, ਧੋਤਾ ਗਿਆ ਕੱਪੜਾ, ਸਾਫ਼ ਹੋ ਗਿਆ। ਤੇ ਮੈਲ ਕੱਟਣ ਦਾ ਤਰੀਕਾ ਕੀ ਹੈ? ਮਹਾਰਾਜ ਕਹਿੰਦੇ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਭਰੀ ਹੈ ਮਤ ਪਾਪਾਂ ਦੇ ਨਾਲ, ਪਰ ਧੋਤੀ ਜਾਏਗੀ ਰੱਬ ਦੇ ਨਾਮ ਦਾ ਸਿਮਰਨ ਕਰਕੇ। ਲਓ ਪੜਿਓ ਸਾਰੇ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਤੋ ਲੈ ਬੰਦਿਆ। ਮਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਐ, ਪਾਪਾਂ ਨਾਲ ਭਰ ਗਈ ਐ, ਨਾਮ ਜਪ ਤੋ ਲੈ ਬੰਦਿਆ। ਮਤ ਪਾਪਾਂ ਦੇ ਨਾਲ ਭਰ ਗਈ ਐ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਤੇਰੀ ਮਤ ਪਾਪਾਂ ਦੇ ਨਾਲ ਭਰ ਗਈ ਹੈ, ਨਾਮ ਜਪ ਤੋ ਲੈ ਬੰਦਿਆ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੇ ਕੈ ਰੰਗ। ਇਸ ਕਰਕੇ ਜਦੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ, ਭਾਵਨਾ ਤੋਂ ਬਿਨਾਂ ਸਿੱਖੀ ਨਹੀਂ ਕਮਾਈ ਜਾ ਸਕੇਗੀ ਕਦੇ ਵੀ। ਭਾਵਨਾ ਤੋਂ ਬਿਨਾਂ ਕਦੇ ਨਾਮ ਦਾ ਰਸ ਨਹੀਂ ਆਵੇਗਾ। ਭਾਵਨਾ ਤੋਂ ਬਿਨਾਂ, ਸ਼ਰਧਾ ਤੋਂ ਬਿਨਾਂ ਕਦੇ ਗੁਰਬਾਣੀ ਵਿੱਚ ਮਨ ਨਹੀਂ ਟਿਕੇਗਾ, ਕਦੇ ਇਤਿਹਾਸ ਦਾ ਆਨੰਦ ਨਹੀਂ ਬਣੇਗਾ। ਜਿੰਨਾ ਮਰਜ਼ੀ ਤਕੜੇ ਤੋਂ ਤਕੜਾ ਬੁਲਾਰਾ ਤੁਹਾਡੇ ਸਾਹਮਣੇ ਬੈਠਾ ਹੋਵੇ, ਕਥਾਵਾਚਕ ਬੈਠਾ ਹੋਵੇ, ਰਾਗੀ ਸਿੰਘ ਬੈਠਾ ਹੋਵੇ, ਜਿੰਨਾ ਸਮਾਂ ਆਪਣੇ ਮਨ ਵਿੱਚ ਭਾਵਨਾ ਨਹੀਂ ਨਾ ਬਣਾਉਂਦੇ ਵੀ ਗੁਰੂ ਸਾਹਿਬ ਜੀ ਸਾਡੇ ਸਾਹਮਣੇ ਪ੍ਰਤੱਖ ਬੈਠੇ ਹਨ, ਜੋ ਕਥਾ ਚੱਲ ਰਹੀ ਹੈ, ਜੋ ਇਤਿਹਾਸ ਚੱਲ ਰਿਹਾ ਹੈ, ਸਾਡੀਆਂ ਅੱਖਾਂ ਸਾਹਮਣੇ ਚੱਲ ਰਿਹਾ ਹੈ, ਉਹਨਾਂ ਸਮਾਂ ਕਦੇ ਵੀ ਤੁਹਾਨੂੰ ਕਥਾ ਇਤਿਹਾਸ ਵਿੱਚੋਂ, ਕੀਰਤਨ ਵਿੱਚੋਂ ਆਨੰਦ ਨਹੀਂ ਆ ਸਕਦਾ ਹੈ। ਭਾਵਨਾ ਬਣਾ ਕੇ ਬੈਠਣਾ ਹੈ ਜਦੋਂ ਬੈਠਣਾ ਹੈ। ਆਓ ਆਪਾਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਵਤਾਰ ਦਿਹਾੜਾ ਮਨਾ ਰਹੇ ਹਾਂ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ ਜਿੰਨਾ ਸਮਾਂ ਆਪਣੇ ਪਾਸ ਹੈ, ਇੱਕ ਮਨ ਹੋ ਕੇ, ਇਕਾਗਰਚਿਤ ਹੋ ਕੇ ਗੁਰੂ ਸਾਹਿਬ ਜੀ ਦੇ ਇਤਿਹਾਸ ਦਾ, ਗੁਰਬਾਣੀ ਦਾ ਆਨੰਦ ਲੈ ਸਕੀਏ। ਟਿਕਾ ਬਣਾ ਕੇ ਬੈਠੇ ਹੋ, ਆਪੋ ਆਪਣੇ ਮੋਬਾਈਲ ਸਾਇਲੈਂਟ ਕਰਕੇ ਬੈਠੇ ਹੋ। ਸਾਧ ਸੰਗਤ ਜੀ, ਆਪਾਂ ਸਾਰਿਆਂ ਨੂੰ ਪਤਾ ਹੈ, ਜੇ ਆਪਾਂ ਨੂੰ ਕੋਈ ਸਵਾਲ ਕਰ ਦੇਵੇ, ਕੋਈ ਆਪਾਂ ਨੂੰ ਪੁੱਛੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਕਿੱਥੇ ਹੋਇਆ,
ਤੇ ਸਾਰਿਆਂ ਦਾ ਆਪਣਾ ਜਵਾਬ ਕੀ ਹੋਵੇਗਾ? ਪਟਨਾ ਸਾਹਿਬ ਦੀ ਧਰਤੀ ਤੇ। ਇਹੀ ਕਹਾਂਗੇ ਨਾ ਜੀ। ਕਿਸੇ ਬੱਚੇ ਨੂੰ ਵੀ ਪੁੱਛ ਲਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿੱਥੇ ਜਨਮ ਲਿਆ ਸੀ, ਤੇ ਹਰ ਇੱਕ ਬੱਚਾ ਕਹੇਗਾ ਜੀ ਪਟਨਾ ਸਾਹਿਬ ਦੀ ਧਰਤੀ ਤੇ। ਸਭ ਨੂੰ ਪਤਾ ਹੈ। ਪਰ ਜੇ ਅੱਗਿਓਂ ਇਹ ਸਵਾਲ ਹੋ ਜਾਵੇ ਵੀ ਪਟਨਾ ਸਾਹਿਬ ਦੀ ਧਰਤੀ ਤੇ ਹੀ ਕਿਉਂ ਜਨਮ ਲਿਆ, ਇਹਦਾ ਜਵਾਬ ਕਿਸੇ ਕੋਲ ਨਹੀਂ। ਪੰਜਾਬ ਦੀ ਧਰਤੀ ਤੋਂ 1200 ਕਿਲੋਮੀਟਰ ਦੂਰ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਉਂ ਅਵਤਾਰ ਧਾਰਨ ਕੀਤਾ, ਕੀ ਕਾਰਨ ਸੀ? ਸਿੱਖਾਂ ਦੇ ਬਾਕੀ 10 ਗੁਰੂਆਂ ਦੇ ਵਿੱਚੋਂ 9 ਪਾਤਸ਼ਾਹੀਆਂ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਕਿਉਂ ਬਿਹਾਰ ਜਾ ਕੇ ਹੋਇਆ? ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਇੱਕ ਗੁਰੂ ਦੇ ਹਰ ਕੰਮ ਵਿੱਚ ਸਾਧ ਸੰਗਤ ਜੀ ਕੋਈ ਨਾ ਕੋਈ ਭੇਦ ਛੁਪਿਆ ਹੋਇਆ ਹੁੰਦਾ ਹੈ, ਕੋਈ ਨਾ ਕੋਈ ਰਮਜ ਛੁਪੀ ਹੋਈ ਹੁੰਦੀ ਹੈ। ਇਸੇ ਕਰਕੇ ਗੁਰਬਾਣੀ ਦਾ ਬਚਨ ਹੈ, ਗੁਰ ਕਹਿਆ ਸਾਕਾਰ ਕਮਾਵਹੁ ਗੁਰ ਕੀ ਕਰਨੀ ਕਾਹੇ ਧਾਵਹੁ। ਜੋ ਗੁਰੂ ਨੇ ਕਿਹਾ ਤੂੰ ਉਹ ਕਰ, ਜੋ ਗੁਰੂ ਨੇ ਕੀਤਾ ਤੂੰ ਉਹ ਨਾ ਕਰ। ਜੋ ਤੈਨੂੰ ਤੇਰੇ ਸਤਿਗੁਰੂ ਨੇ ਕਿਹਾ ਕਰਨ ਵਾਸਤੇ ਤੂੰ ਉਹ ਕੰਮ ਕਰ। ਕੋਸ਼ਿਸ਼ ਨਾ ਕਰ ਵੀ ਜੋ ਮੇਰਾ ਗੁਰੂ ਕਰਦਾ ਰਿਹਾ ਮੈਂ ਉਹ ਕਰਾਂਗਾ। ਉਹ ਉਹੀ ਕਰ ਸਕਦੇ ਸੀ, ਅਸੀਂ ਨਹੀਂ ਕਰ ਸਕਦੇ। ਉਹਨਾਂ ਦੇ ਹਰ ਕੰਮ ਵਿੱਚ ਕੋਈ ਨਾ ਕੋਈ ਭੇਦ ਹੁੰਦਾ ਹੈ। ਰੱਬ ਦੇ ਪਿਆਰਿਆਂ ਦੇ ਚੱਲਣ ਵਿੱਚ ਵੀ ਕੋਈ ਨਾ ਕੋਈ ਭੇਦ ਹੁੰਦਾ ਹੈ, ਕੋਈ ਰਮਜ ਛੁਪੀ ਹੋਈ ਹੁੰਦੀ ਹੈ। ਹੁਣ ਬਹੁਤ ਵੱਡਾ ਸਵਾਲ ਹੈ ਵੀ ਪੰਜਾਬ ਦੀ ਧਰਤੀ ਤੋਂ 1200 ਕਿਲੋਮੀਟਰ ਦੂਰ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਉਂ ਅਵਤਾਰ ਧਾਰਨ ਕੀਤਾ? ਪ੍ਰਚਾਰ ਤਾਂ ਬਾਕੀ ਗੁਰੂਆਂ ਨੇ ਬਹੁਤ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣਾ ਪਰਿਵਾਰ ਨਾਲ ਕਿਉਂ ਲੈ ਕੇ ਗਏ ਪਟਨਾ ਸਾਹਿਬ ਦੀ ਧਰਤੀ ਤੇ ਪਟਨਾ ਸਾਹਿਬ ਛੱਡ ਕੇ ਆਪ ਅੱਗੇ ਕਿਉਂ ਚਲੇ ਗਏ? ਅੱਗੇ ਕਿਉਂ ਨਹੀਂ ਨਾਲ ਲੈ ਕੇ ਗਏ? ਜੇ ਇਤਿਹਾਸ ਫਰੋਲ ਕੇ ਦੇਖੀਏ, ਇਤਿਹਾਸ ਵਾਚ ਕੇ ਦੇਖੀਏ ਨਾ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਨ ਕਰਨ ਦਾ ਪਿਛੋਕੜ ਗੁਰੂ ਨਾਨਕ ਸਾਹਿਬ ਜੀ ਨਾਲ ਜਾ ਕੇ ਜੁੜ ਜਾਂਦਾ ਹੈ। ਪਟਨਾ ਸਾਹਿਬ ਦੀ ਧਰਤੀ ਤੇ ਕਿਸੇ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਵੀ ਚਰਨ ਪਾਏ ਸੀ। ਚਰਨ ਛੋਹ ਪ੍ਰਾਪਤ ਹੈ ਗੁਰੂ ਨਾਨਕ ਸਾਹਿਬ ਜੀ ਦੀ। ਤੇ ਪਟਨਾ ਸ਼ਹਿਰ ਹਿੰਦੁਸਤਾਨ ਦੇ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹਦਾ ਨਾਮ ਪਹਿਲਾ ਸੀ ਪਾਟਲੀ ਪੁੱਤਰ। ਪਟਨਾ ਸਾਹਿਬ ਦਾ ਪਹਿਲਾ ਨਾਮ ਪਾਟਲੀ ਪੁੱਤਰ ਸੀ। ਇਹ ਵਸਾਇਆ ਕਿਸ ਨੇ ਸੀ, ਕਿਵੇਂ ਵਸਾਇਆ ਸੀ? ਜੇ ਇਸ ਪਾਸੇ ਵੱਲ ਚੱਲ ਪਈਏ ਤਾਂ ਬਹੁਤ ਲੰਮਾ ਸਮਾਂ ਲੱਗੇਗਾ, ਹੋਰ ਪਿੱਛੇ ਜਾਣਾ ਪਏਗਾ। ਆਪਾਂ ਆਪਣੇ ਮੇਨ ਮਕਸਦ ਵੱਲ ਰਹੀਏ ਵੀ ਗੁਰੂ ਸਾਹਿਬ ਦਾ ਅਵਤਾਰ ਧਾਰਨ ਕਰਨ ਦਾ ਕਾਰਨ ਕੀ ਸੀ ਉੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਦਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸੰਸਾਰ ਦਾ ਭਲਾ ਕਰਦੇ ਕਰਦੇ ਪਟਨਾ ਸਾਹਿਬ ਦੀ ਧਰਤੀ ਤੇ ਗਏ, ਤੇ ਗਏ ਕਿਹਦੇ ਘਰ? ਸੇਠ ਜੈਤ ਰਾਮ ਦੇ ਘਰੇ, ਭਗਤ ਜੈਤ ਰਾਮ ਦੇ ਘਰੇ। ਜਦੋਂ ਗੁਰੂ ਨਾਨਕ ਸਾਹਿਬ ਜੀ ਜੈਤ ਰਾਮ ਨੂੰ ਮਿਲੇ ਨੇ ਪਟਨਾ ਸਾਹਿਬ ਦੀ ਧਰਤੀ ਤੇ ਜਾ ਕੇ ਨਾ ਜੀ, ਤੁਸੀਂ ਹੈਰਾਨ ਹੋਵੋਗੇ। ਇਤਿਹਾਸ ਵਿੱਚ ਲਿਖਿਆ ਹੋਇਆ ਮਿਲਦਾ, ਕਹਿੰਦੇ ਜੈਤ ਰਾਮ ਦੀ ਉਮਰ ਉਸ ਵਕਤ ਤੱਕ 300 ਸਾਲ ਦੀ ਹੋ ਚੁੱਕੀ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਗੁਰੂ ਨਾਨਕ ਸਾਹਿਬ ਜੀ ਮਿਲੇ ਨੇ ਜੈਤ ਰਾਮ ਨੂੰ ਪਟਨੇ ਦੀ ਧਰਤੀ ਤੇ, 300 ਸਾਲ ਦੀ ਉਮਰ ਹੋ ਚੁੱਕੀ ਸੀ। ਹੁਣ ਆਪਣੇ ਮਨ ਵਿੱਚ ਸਵਾਲ ਆਏਗਾ ਵੀ ਇਹ ਤੇ ਗੱਪ ਹੈ, ਇਦਾਂ ਕਿਦਾਂ ਹੋ ਸਕਦੀ ਹੈ? ਹੁਣ ਤਾਂ 60 ਤੋਂ ਉੱਪਰ ਕੋਈ ਨਹੀਂ ਜਾਂਦਾ, 17 ਤੋਂ ਉੱਪਰ ਕੋਈ ਨਹੀਂ ਜਾਂਦਾ, 300 ਸਾਲ ਕਿਵੇਂ ਹੋ ਗਈ? ਮਾਫ ਕਰਿਓ, 300 ਸਾਲ ਤਾਂ ਕੁਝ ਵੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਪੜ੍ਹ ਕੇ ਦੇਖੋ, ਭਾਈ ਸਾਹਿਬ ਜੀ ਕਹਿੰਦੇ ਨੇ 1-1 ਲੱਖ ਸਾਲ ਦੀ ਉਮਰ ਵੀ ਬੰਦਿਆਂ ਦੀ ਹੁੰਦੀ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੱਖ ਸਾਲ ਦੀ ਉਮਰ ਵੀ ਹੁੰਦੀ ਰਹੀ ਹੈ। ਸਤਿਯੁਗ ਦੇ ਵਿੱਚ 1 ਲੱਖ ਸਾਲ ਦੀ ਉਮਰ ਸੀ। ਤ੍ਰੇਤਾ ਯੁੱਗ ਵਿੱਚ ਕਹਿੰਦੇ 10 ਗੁਣਾ ਘਟ ਗਈ, 10,000 ਸਾਲ ਰਹਿ ਗਈ। ਦੁਆਪਰ ਯੁੱਗ ਵਿੱਚ ਹੋਰ 10 ਗੁਣਾ ਘਟ ਗਈ, 1000 ਸਾਲ ਰਹਿ ਗਈ। ਤੇ ਕਲਯੁੱਗ ਵਿੱਚ 10 ਗੁਣਾ ਹੋਰ ਘਟ ਕੇ 100 ਰਹਿ ਗਈ। ਹੁਣ ਤੇ 100 ਤੇ ਵੀ ਕੋਈ ਕਰਮ ਵਾਲਾ ਪਹੁੰਚਦਾ, ਕੋਈ ਵਿਰਲਾ ਹੀ। ਇਹਦਾ ਕਾਰਨ ਕੀ ਹੈ? ਰੱਬ ਦਾ ਆਪਣੇ ਨਾਲ ਕੋਈ ਵੈਰ ਸੀ ਵੀ ਆਪਾਂ ਨੂੰ ਉਮਰ ਉਹਨੇ ਘੱਟ ਦਿੱਤੀ ਤੇ ਬਾਕੀਆਂ ਨੂੰ ਉਮਰ ਵੱਧ ਦੇ ਦਿੱਤੀ? ਰੱਬ ਦਾ ਆਪਣੇ ਨਾਲ ਵੈਰ ਤਾਂ ਕੋਈ ਨਹੀਂ ਹੈ। ਇਹਦਾ ਕਾਰਨ ਇੱਕੋ ਇੱਕ ਹੈ ਸਾਧ ਸੰਗਤ ਜੀ,
ਜਿਹੜਾ ਬੰਦਾ ਬਿਮਾਰ ਹੋਵੇ ਬਹੁਤਾ ਲੰਮਾ ਸਮਾਂ ਨਹੀਂ ਜਿਉਂਦਾ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੰਮੀ ਉਮਰ ਤੰਦਰੁਸਤ ਬੰਦਾ ਭੋਗੇਗਾ, ਬਿਮਾਰ ਬੰਦਾ ਕਦੇ ਲੰਮੀ ਉਮਰ ਨਹੀਂ ਭੋਗਦਾ। ਹੁਣ ਆਪਾਂ ਆਪਣੇ ਵੱਲ ਝਾਤੀ ਮਾਰ ਕੇ ਦੇਖੀਏ ਵੀ ਆਪਾਂ ਕਿਹੜੀ ਗੱਲ ਦੇ ਰੋਗੀ ਆ। ਜਿੰਨੇ ਰੋਗ ਸਾਨੂੰ ਆ 10-15 ਸਾਲਾਂ ਵਿੱਚ ਚੁੰਬੜ ਗਏ, ਇਦੋਂ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਸੀਗੇ ਰੋਗ। ਇਹ ਆ ਬੀਪੀ ਵਗੈਰਾ ਕੀ ਹੁੰਦੇ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਬੁਖਾਰ ਕਿਤੇ ਮਾੜਾ ਮੋਟਾ ਚੜਨਾ ਤੇ ਘਰੇ ਮਾਈ ਨੇ ਜਵੈਣ ਉਬਾਲ ਕੇ ਪਾਣੀ 'ਚ ਦੇ ਦੇਣੀ, ਉਹਨੇ ਬੁਖਾਰ ਲੈ ਜਾਣਾ। ਇਹੋ ਜਿਹੇ ਕੰਮਕਾਰ ਹੀ ਹੁੰਦੇ ਸੀ ਨਾ। ਸਾਡਾ ਖਾਣਾ ਪੀਣਾ ਸ਼ੁੱਧ ਨਹੀਂ ਰਿਹਾ, ਸਾਡੀ ਸੋਚ ਸ਼ੁੱਧ ਨਹੀਂ ਰਹੀ, ਸਾਡੇ ਵਿਚਾਰ ਸ਼ੁੱਧ ਨਹੀਂ ਰਹੇ। ਅਸੀਂ ਤਨ ਦੇ ਰੋਗੀ, ਮਨ ਦੇ ਰੋਗੀ, ਵਿਹਾਰ ਦੇ ਰੋਗੀ, ਵਿਚਾਰ ਦੇ ਰੋਗੀ। ਤੇ ਜਿਹੜਾ ਬੰਦਾ ਰੋਗੀ ਹੋਵੇ ਲੰਮੀ ਉਮਰ ਨਹੀਂ ਕਦੇ ਭੋਗਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਿਸੇ ਨੇ ਕਵੀ ਨੇ ਬਹੁਤ ਸੋਹਣਾ ਕਿਹਾ, ਕਹਿੰਦੇ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕੇ ਦਾਸ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਕੋਈ ਸੁਖੀ ਹੈ, ਸੌਖਾ ਹੈ ਤਾਂ ਰੱਬ ਦਾ ਪਿਆਰਾ ਹੈ। ਨਾਮ ਜਪਣ ਵਾਲੀਆਂ ਰੂਹਾਂ ਖੁਸ਼ ਹੋਣਗੀਆਂ, ਸੌਖੀਆਂ ਹੋਣਗੀਆਂ। ਤੁਸੀਂ 10 ਕਰੋੜ ਦੀ ਕੋਠੀ ਪਾ ਲਓ, 100 ਕਰੋੜ ਤੁਹਾਡੇ ਖਾਤੇ ਵਿੱਚ ਵੀ ਪਿਆ ਹੋਵੇ, ਬਹੁਤ ਇਹੋ ਜਿਹੇ ਮਿਲਦੇ ਹਨ ਜਿਹਦੇ ਕਰਮਾਂ ਵਿੱਚ ਸੁੱਖ ਲਿਖਿਆ ਨਾ ਜੀ, ਕਰਮਾਂ ਵਿੱਚ ਸੁੱਖ ਹੈ, ਭਾਗਾਂ ਵਿੱਚ ਸੁੱਖ ਹੈ। ਉਹ ਤੇ ਕੱਖਾਂ ਦੀ ਕੁੱਲੀ ਵਿੱਚ ਬੈਠਾ ਵੀ ਆਨੰਦ ਮਾਣੇਗਾ। ਜਿਹਦੇ ਕਰਮਾਂ 'ਚ ਸੁੱਖ ਨਹੀਂ ਨਾ ਲਿਖਿਆ ਹੋਇਆ, ਉਹ 10 ਕਰੋੜ ਦੀ ਕੋਠੀ ਵਿੱਚ ਵੀ ਭੱਠੀ 'ਚ ਪੈ ਦਾਣੇ ਵਾਂਗੂ ਪੁੱਜੇਗਾ। ਸ਼ਾਂਤੀ ਨਹੀਂ ਹੁੰਦੀ ਕਦੇ ਵੀ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਰੱਬ ਦੇ ਨਾਮ ਤੋਂ ਬਿਨਾ, ਭਗਤੀ ਤੋਂ ਬਿਨਾ, ਬੰਦਗੀ ਤੋਂ ਬਿਨਾ ਸੁੱਖ ਨਹੀਂ ਕਦੇ ਮਿਲ ਸਕਦਾ ਹੈ। ਲੋ ਪੜਿਓ ਸਾਰੇ, ਧਾਰਨਾ ਯਾਦ ਆ ਗਈ। ਜੀ ਸਭ ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਵੇਖੇ 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 ਨੇ ਹਰੀ ਦੇ ਨਾਮ ਬਿਨਾ। ਸਭ ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਸਭ ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ। ਰੋਂਦੇ ਦੇਖੇ ਰੋਂਦੇ, ਸਭ ਰੋਂਦੇ ਦੇਖੇ ਰੋਂਦੇ ਦੇਖੇ, ਸਭ ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਦੇਖੇ ਨੇ ਹਰੀ ਦੇ ਨਾਮ ਬਿਨਾ, ਸਭ ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਸਭ ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ, ਸਭ ਰੋਂਦੇ ਵੇਖੇ ਨੇ ਹਰੀ ਦੇ ਨਾਮ ਬਿਨਾ। ਸੁੱਖ ਨਾਹੀ ਰੇ ਹਰ ਭਗਤ ਬਿਨਾ, ਰੱਬ ਦੀ ਬੰਦਗੀ ਤੋਂ ਬਿਨਾ ਸੁੱਖ ਨਹੀਂ ਕਦੇ ਹੋ ਸਕਦਾ ਹੈ। ਇਹ ਜੈਤ ਰਾਮ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਿਆ, ਨਮਸਕਾਰ ਕੀਤੀ ਤੇ ਸੱਚੇ ਪਾਤਸ਼ਾਹ ਨੂੰ ਕਹਿੰਦਾ, ਮਹਾਰਾਜ ਕਿਰਪਾ ਕਰੋ, ਮੇਰੀ ਮੁਕਤੀ ਕਰ ਦਿਓ, ਮੇਰਾ ਭਲਾ ਕਰ ਦਿਓ। ਮੈਨੂੰ ਪਤਾ ਸੀ ਤੁਸੀਂ ਆਓਗੇ ਚੱਲ ਕੇ ਮੇਰੇ ਕੋਲ, ਤੇ ਮੇਰਾ ਭਲਾ ਤੁਹਾਡੇ ਹੱਥੀਂ ਲਿਖਿਆ ਹੋਇਆ ਹੈ। ਸੁਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਕਿਉਂ ਹੋਇਆ ਪਟਨਾ ਸਾਹਿਬ ਦੀ ਧਰਤੀ ਤੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੋਗੀਆ ਤੇਰੀ ਮੁਕਤੀ ਤਾਂ ਹੋਏਗੀ, ਤੇਰਾ ਭਲਾ ਤਾਂ ਹੋਏਗਾ, ਕਰਾਂਗਾ ਤਾਂ ਜ਼ਰੂਰ,
ਪਰ ਹਜੇ ਸਮਾਂ ਨਹੀਂ ਆਇਆ। ਸੱਚੇ ਪਾਤਸ਼ਾਹ 300 ਸਾਲ ਮੇਰੀ ਉਮਰ ਹੋ ਗਈ, ਤੁਹਾਡੇ ਦਰਸ਼ਨਾਂ ਦੀ ਮੈਨੂੰ ਤਾਂਘ ਲੱਗੀ ਹੋਈ ਸੀ, ਸਮਾਂ ਕਿਉਂ ਨਹੀਂ ਆਇਆ? ਕਦੋਂ ਸਮਾਂ ਆਏਗਾ? ਕਦੋਂ ਮੇਰੀ ਮੁਕਤੀ ਹੋਏਗੀ? ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੋਗੀਆ ਤੇਰੀ ਮੁਕਤੀ ਕਰਾਂਗੇ ਜ਼ਰੂਰ, ਪਰ ਕਰਾਂਗੇ ਜਦੋਂ 9ਵੇਂ ਜਾਮੇ ਵਿੱਚ ਆਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ 9ਵੇਂ ਜਾਮੇ ਵਿੱਚ ਆਵਾਂਗੇ ਉਦੋਂ ਤੇਰੀ ਮੁਕਤੀ ਹੋਏਗੀ। ਮਹਾਰਾਜ ਜੀ ਮੇਰੀ 300 ਸਾਲ ਦੀ ਉਮਰ ਹੈ, ਬਜ਼ੁਰਗ ਮੇਰਾ ਸਰੀਰ ਹੈ, ਤੁਹਾਡਾ 9ਵਾਂ ਜਾਮਾ ਕਦੋਂ ਆਇਆ? ਸੱਚੇ ਪਾਤਸ਼ਾਹ ਕਿਰਪਾ ਕਰੋ, ਮੇਰਾ ਹੁਣੇ ਭਲਾ ਕਰ ਦਿਓ। ਮਾਰੇ ਕਹਿੰਦੇ ਨਹੀਂ, ਸਮੇਂ ਤੋਂ ਪਹਿਲਾਂ ਨਹੀਂ ਕਦੇ ਗੱਲ ਬਣ ਸਕਦੀ। ਇੱਕ ਪੰਜਾਬੀ ਦੀ ਕਹਾਵਤ ਹੈ, ਸਿਆਣੇ ਕਹਿੰਦੇ ਹੁੰਦੇ ਆ ਵੀ ਕਿਸਮਤ ਤੋਂ ਜ਼ਿਆਦਾ ਤੇ ਸਮੇਂ ਤੋਂ ਪਹਿਲਾਂ ਕਦੇ ਕਿਸੇ ਨੂੰ ਕੁਝ ਨਹੀਂ ਮਿਲਦਾ ਹੈ। ਜਦੋਂ ਸਮਾਂ ਆ ਜਾਵੇਗਾ, ਤੁਹਾਡੀ ਕਿਸਮਤ ਵਿੱਚ ਲਿਖਿਆ ਹੋਏਗਾ, ਆਟੋਮੈਟਿਕ ਤੁਹਾਡੇ ਕੋਲ ਭੱਜ ਕੇ ਉਹ ਦਾਤ ਆਵੇਗੀ ਜਿਹੜੀ ਤੁਸੀਂ ਸੋਚੀ ਵੀ ਨਹੀਂ ਹੁੰਦੀ ਕਦੇ। ਜੇ ਤੁਹਾਡੇ ਕਰਮਾਂ ਵਿੱਚ ਹੈ, ਜੇ ਸਮਾਂ ਆ ਚੁੱਕਿਆ ਹੈ, ਹਰ ਕੰਮ ਦਾ ਕੋਈ ਨਾ ਕੋਈ ਸਮਾਂ ਹੈ। ਸੱਚੇ ਪਾਤਸ਼ਾਹ ਜਦੋਂ ਇੰਨੀ ਗੱਲ ਕਹਿ ਦਿੱਤੀ ਨਾ, ਤੇਰਾ ਭਲਾ 9ਵੇਂ ਜਾਮੇ ਕਰਾਂਗੇ ਆ ਕੇ, ਇਹ ਕਹਿੰਦਾ ਮਹਾਰਾਜ ਕਿਰਪਾ ਕਰੋ, ਮੇਰਾ ਨੇਮ ਟੁੱਟ ਜਾਊ। ਸਿਆਣਾ ਮੇਰਾ ਸਰੀਰ ਹੈ, ਬਜ਼ੁਰਗ ਮੇਰੀ ਉਮਰ ਹੈ, ਸੱਚੇ ਪਾਤਸ਼ਾਹ ਮੇਰਾ ਨੇਮ ਹੈ ਇੱਕ, ਤੇ ਮੈਂ ਉਹ ਨੇਮ ਟੁੱਟ ਗਿਆ ਮੇਰਾ, ਤੇ ਫਿਰ ਮੇਰਾ ਫਾਇਦਾ ਕੀ ਧਰਮ ਕਰਮ ਦਾ? ਗੁਰੂ ਨਾਨਕ ਸਾਹਿਬ ਕਹਿੰਦੇ ਤੇਰਾ ਨੇਮ ਕਿਸ ਗੱਲ ਦਾ ਹੈ? ਸੱਚੇ ਪਾਤਸ਼ਾਹ ਜੀ ਮੇਰਾ ਨੇਮ ਹੈ, ਮੈਂ ਹਰ ਰੋਜ਼ ਸਵੇਰੇ ਉੱਠ ਕੇ 2 ਵਜੇ ਸ੍ਰੀ ਮਾਤ ਗੰਗਾ ਜੀ ਜਾ ਕੇ ਇਸ਼ਨਾਨ ਕਰਦਾ ਹਾਂ। ਗੰਗਾ ਤੇ ਇਸ਼ਨਾਨ ਕਰਨ ਜਾਂਦਾ, ਪਟਨਾ ਸਾਹਿਬ ਗੰਗਾ ਵਗਦੀ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਜੋਗੀਆ ਜਿੰਨੀ ਤੈਂ ਬੰਦਗੀ ਕਰ ਲਈ, ਜਿੰਨਾ ਤੈਂ ਤਪ ਕਰ ਲਿਆ, ਜਿੰਨਾ ਤੈਂ ਨਾਮ ਜਪ ਲਿਆ, ਹਜੇ ਵੀ ਤੈਨੂੰ ਗੰਗਾ ਦੀ ਲੋੜ ਹੈ। ਹੁਣ ਤਾਂ ਗੰਗਾ ਨੂੰ ਤੇਰੀ ਲੋੜ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਤੈਨੂੰ ਗੰਗਾ ਦੇ ਇਸ਼ਨਾਨ ਦੀ ਲੋੜ ਨਹੀਂ ਹੈ। ਨਹੀਂ ਸੱਚੇ ਪਾਤਸ਼ਾਹ ਮੇਰਾ ਨੇਮ ਟੁੱਟ ਜਾਊ। ਸਿੱਖ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਨਾ ਨਿਤਨੇਮ ਦਾ, ਨੇਮ ਦਾ, ਉਹ ਸਿੱਖ ਕਦੇ ਵੀ ਕਿਸੇ ਜਨਮ ਵਿੱਚ ਸਿੱਖ ਨਹੀਂ ਬਣ ਸਕਦਾ, ਭਾਵੇਂ ਲੱਖਾਂ ਜਨਮ ਲੈ ਲਵੇ, ਜਿਸ ਸਿੱਖ ਦਾ ਨੇਮ ਉਹਦੇ ਪੱਲੇ ਨਹੀਂ ਹੈ। ਗੁਰੂ ਸਾਹਿਬ ਜੀ ਦਾ ਬਚਨ ਹੈ ਆਪਣੇ ਸਿੱਖ ਨੂੰ, ਸਵੇਰੇ 5 ਬਾਣੀਆਂ, ਸ਼ਾਮ ਨੂੰ ਰਹਿਰਾ ਸਾਹਿਬ, ਤੇ ਸੌਣ ਲੱਗੇ ਘੱਟ ਤੋਂ ਘੱਟ 16 ਸਾਹਿਬ ਦੀ ਬਾਣੀ ਪੜ੍ਹ ਕੇ ਸੌਵੇਂ। ਝਾਤੀ ਮਾਰ ਕੇ ਵੇਖਿਓ ਕਿੰਨੇ ਸਿੱਖ ਆਪਣੇ ਵਿੱਚ ਇਹੋ ਜਿਹੇ ਅੱਜ ਹੈਗੇ ਨੇ ਜਿਹੜੇ ਆਪਣਾ ਨੇਮ ਬੜੀ ਸਖਤਾਈ ਨਾਲ ਪੂਰਾ ਕਰਦੇ ਨੇ। ਤੇ ਨੇਮ ਕਰਨਾ ਕਿਸ ਗੱਲ ਦਾ? ਕਰਨਾ ਕਿਉਂ ਹੈ? ਕਾਰਨ ਕੀ ਹੈ? ਸਾਧ ਸੰਗਤ ਜੀ, ਨੇਮ ਤੋਂ ਬਿਨਾਂ ਪ੍ਰੇਮ ਕਦੇ ਪੈਦਾ ਨਹੀਂ ਹੁੰਦਾ। ਨੇਮ ਹੋਏਗਾ ਤੇ ਪ੍ਰੇਮ ਹੋਏਗਾ। ਤੁਹਾਡਾ ਨੇਮ ਬਣਿਆ ਹੋਇਆ ਹੈ, ਸਵੇਰੇ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਜਲ ਪਾਣੀ ਛਕਣਾ ਹੈ। ਤੁਹਾਡਾ ਨੇਮ ਬਣਿਆ ਹੋਇਆ 5 ਬਾਣੀਆਂ ਪੜ੍ਹੇ ਬਿਨਾਂ ਮੈਂ ਕਿਸੇ ਨਾਲ ਬੋਲਣਾ ਨਹੀਂ ਹੈ। ਜਦੋਂ ਰੂਟੀਨ ਵਿੱਚ ਤੁਸੀਂ ਇਹ ਕੰਮ ਕਰਨਾ ਸ਼ੁਰੂ ਕਰੋਗੇ, ਮਹੀਨਾ ਲੱਗ ਜਾਵੇ, 2 ਮਹੀਨੇ ਲੱਗ ਜਾਣ, ਆਟੋਮੈਟਿਕ ਅੰਦਰ ਪਿਆਰ ਵੀ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਗੁਰਬਾਣੀ ਪ੍ਰਤੀ। ਤੇ ਯਾਦ ਰੱਖਿਓ, ਜਿੰਨਾ ਸਮਾਂ ਪ੍ਰੇਮ ਨਹੀਂ ਨਾ ਮਨ ਵਿੱਚ ਤੁਹਾਡੇ ਪੈਦਾ ਹੁੰਦਾ, ਹਿਰਦੇ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ ਗੁਰੂ ਸਾਹਿਬ ਦੇ ਪ੍ਰਤੀ, ਉਹਨਾਂ ਸਮਾਂ ਗੱਲ ਨਹੀਂ ਬਣੇਗੀ। ਕਿਉਂ? ਸੱਚੇ ਪਾਤਸ਼ਾਹ ਨੇ ਆਪਣੀ ਬਾਣੀ ਵਿੱਚ ਫੈਸਲਾ ਦਿੱਤਾ ਹੈ, ਸਾਚ ਕਹੋ ਸੁਨ ਲੇਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਗੁਰੂ ਸਾਹਿਬ ਦੀ ਖੁਸ਼ੀ ਲੈਣੀ ਹੈ ਤਾਂ ਪ੍ਰੇਮ ਆਪਣੇ ਮਨ ਵਿੱਚ ਪੈਦਾ ਕਰਨਾ ਪਏਗਾ, ਤੇ ਪ੍ਰੇਮ ਪੈਦਾ ਕਰਨ ਵਾਸਤੇ ਸਾਧ ਸੰਗਤ ਜੀ ਨੇਮ ਦਾ ਹੋਣਾ ਬਹੁਤ ਜ਼ਰੂਰੀ ਹੈ। ਨੇਮ ਤੋਂ ਬਿਨਾਂ ਗੱਲ ਨਹੀਂ ਬਣੇਗੀ। ਲੋ ਪੜਿਓ ਜੀ, ਨੇਮ ਬਣਿਆ ਤੇ ਪ੍ਰੇਮ ਬਣ ਜਾਣਾ, ਪ੍ਰੇਮ ਵਿੱਚ ਰੱਬ ਵਸਦਾ। ਬਣਿਆ ਤੇ ਪ੍ਰੇਮ ਬਣ ਜਾਣਾ, ਪ੍ਰੇਮ ਵਿੱਚ ਰੱਬ ਵਸਦਾ। ਨੇਮ ਬਣਿਆ ਤੇ ਪ੍ਰੇਮ ਬਣ ਜਾਣਾ, ਪ੍ਰੇਮ ਵਿੱਚ ਰੱਬ ਵਸਦਾ। ਨੇਮ ਬਣਿਆ ਤੇ ਪ੍ਰੇਮ ਬਣ ਜਾਣਾ, ਪ੍ਰੇਮ ਵਿੱਚ ਰੱਬ ਵਸਦਾ। ਬਣਿਆ ਤੇ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨੇਮ ਤੋਂ ਬਿਨਾ ਗੱਲ ਨਹੀਂ ਬਣੇਗੀ, ਨੇਮ ਤੋਂ ਬਿਨਾ ਪ੍ਰੇਮ, ਤੇ ਪ੍ਰੇਮ ਤੋਂ ਬਿਨਾ ਪ੍ਰਮਾਤਮਾ ਕਦੇ ਨਹੀਂ ਮਿਲ ਸਕਦਾ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਤੈਨੂੰ ਗੰਗਾ ਦੇ ਇਸ਼ਨਾਨ ਦੀ ਲੋੜ ਨਹੀਂ ਹੁਣ। ਇਹ ਕਹਿੰਦਾ ਨਹੀਂ ਮਹਾਰਾਜ ਮੇਰਾ ਗੁਜ਼ਾਰਾ ਨਹੀਂ ਹੈ। ਕਹਿੰਦੇ ਚੰਗਾ ਫਿਰ ਜੇ ਤੂੰ ਨਹੀਂ ਨਾ ਮੰਨਦਾ ਤਾਂ ਇੰਨੀ ਗੱਲ ਹੋ ਸਕਦੀ ਹੈ, ਹੁਣ ਤੈਨੂੰ ਚੱਲ ਕੇ ਗੰਗਾ ਤੇ ਇਸ਼ਨਾਨ ਨਹੀਂ ਕਰਨ ਜਾਣਾ ਪਏਗਾ, ਹੁਣ ਗੰਗਾ ਚੱਲ ਕੇ ਆਪ ਤੇਰੇ ਕੋਲ ਆਇਆ ਕਰੇਗੀ। ਸੱਚੇ ਪਾਤਸ਼ਾਹ ਇਹ ਕਿੱਦਾਂ ਹੋ ਸਕਦਾ ਹੈ? ਆਪਣੇ ਮਨ ਵਿੱਚ ਵੀ ਗੱਲ ਆਉਂਦੀ ਆ ਨਾ ਜੀ। ਹੁਣ ਸਿੱਖਾਂ ਦੇ ਮਨ ਵਿੱਚ ਬਹੁਤੇ ਤਾਂ ਗੁਰੂ ਪ੍ਰਤੀ ਸ਼ੰਕੇ ਪੈਦਾ ਹੋਣ ਲੱਗ ਪਏ ਵੀ ਇਦਾਂ ਕਿੱਦਾਂ ਹੋ ਸਕਦੀ ਹੈ, ਰੀਠੇ ਕਿੱਦਾਂ ਮਿੱਠੇ ਹੋ ਗਏ, ਪੱਥਰ ਤੇ ਕਿੱਦਾਂ ਪੰਜਾ ਲੱਗ ਗਿਆ, ਗੁਰੂ ਸਾਹਿਬ ਸੱਚੇ ਪਾਤਸ਼ਾਹ ਭੋਰੇ ਵਿੱਚ ਕਿੱਦਾਂ 30 ਸਾਲ ਬੈਠੇ ਰਹੇ, ਗੁਰੂ ਤੇ ਵੀ ਉਂਗਲਾਂ ਉੱਠਣ ਲੱਗ ਪਈਆਂ ਨਾ ਅੱਜ ਆਪਣੇ ਵਿੱਚ। ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਕਹਿੰਦੇ ਜੋਗੀਆ ਜੇ ਯਕੀਨ ਨਹੀਂ ਨਾ ਆਉਂਦਾ ਤੇ ਸਵੇਰੇ ਇਸ਼ਨਾਨ ਕਰਨ ਜਾਵੀਂ ਨਾ, ਤੇਰੇ ਕੋਲ ਚੱਲ ਕੇ ਗੰਗਾ ਤੇਰੇ ਇਸ਼ਨਾਨ ਕਰਾਉਣ ਵਾਸਤੇ ਆਏਗੀ। ਕਹਿੰਦੇ ਜੀ ਸਤ ਬਚਨ। ਔਰ ਇਸ ਗੱਲ ਦਾ ਪ੍ਰਮਾਣ ਹੈ ਆਪਣੇ ਪਾਸ, ਕੋਈ ਬਣਾਈ ਹੋਈ ਗੱਲ ਨਹੀਂ ਹੈ। ਤੁਸੀਂ ਕਦੇ ਜਾਓ ਪਟਨਾ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ, ਉੱਥੇ ਅੱਜ ਵੀ ਉਹ ਗੁਰੂ ਘਰ ਬਣਿਆ ਹੋਇਆ ਹੈ, ਜਾ ਕੇ ਦਰਸ਼ਨ ਕਰਕੇ ਆਇਓ ਜਿੱਥੇ ਇਹ ਘਟਨਾ ਵਾਪਰੀ ਸੀ ਸਾਰੀ। ਤੜਕੇ ਦੇ 2 ਵੱਜ ਗਏ, ਅੰਮ੍ਰਿਤ ਵੇਲਾ ਹੋ ਗਿਆ ਤੇ ਸੇਠ ਜੈਤਨਾਮ ਭਗਤ ਜੈਤਨਾਮ ਨਾਲ ਇਸ਼ਨਾਨ ਕਰਨ ਵਾਸਤੇ ਤਿਆਰ ਆਪਣੇ ਵਿਹੜੇ ਵਿੱਚ ਖੜਾ, ਤੇ ਕਹਿੰਦੇ ਨੇ ਇੱਕ ਗਊ ਆਈ, ਇੱਕ ਗਾਂ ਆਈ ਜਿੱਥੇ ਉਹਨੇ ਇਸ਼ਨਾਨ ਕਰਨਾ ਸੀ, ਜੋ ਇਤਿਹਾਸ ਵਿੱਚ ਲਿਖਿਆ ਹੋਇਆ। ਜਿੱਥੇ ਕਹਿੰਦੇ ਉਹਨੇ ਇਸ਼ਨਾਨ ਕਰਨਾ ਸੀ ਉਹ ਜਿਹੜਾ ਕੁੰਡ ਬਣਿਆ ਸੀ, ਕੁੰਡ ਗਊ ਨੇ ਆਪਣੇ ਮੂੰਹ ਰਾਹੀਂ ਜਲ ਕੱਢ ਕੇ ਭਰਿਆ ਤੇ ਸੇਠ ਜੈਤਨਾਮ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਨ ਤੋਂ ਬਾਅਦ ਵਿੱਚ ਜਿਹੜਾ ਜਲ ਡੁੱਲਿਆ ਸੀ ਆਸੇ ਪਾਸੇ ਇਸ਼ਨਾਨ ਕਰਦਿਆਂ, ਕਹਿੰਦੇ ਉਹ ਜਿਹੜੀ ਗਊ ਸੀ ਲਿਟਣ ਲੱਗ ਪਈ ਉਹਦੇ ਵਿੱਚ। ਤੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ, ਮਹਾਰਾਜ ਇਹ ਤਾਂ ਗੱਲ ਸਮਝ ਵਿੱਚ ਆਈ ਵੀ ਜੈਤਨਾਮ ਨੇ ਇਸ਼ਨਾਨ ਕਰਨਾ ਸੀ, ਇਸ਼ਨਾਨ ਕੀਤਾ ਗੰਗਾ ਦੇ ਜਲ ਦੇ ਨਾਲ, ਗਊ ਨੇ ਇਹਦਾ ਇਸ਼ਨਾਨ ਕਰਾਇਆ। ਸੱਚੇ ਪਾਤਸ਼ਾਹ ਹੁਣ ਗਾਂ ਜਿਹੜੀ ਹੈ ਇਹਦੇ ਜਲ ਵਰਤੇ ਵਿੱਚ ਲਿਟਕਾ ਤੋਂ ਰਹੀ ਹੈ, ਇਹਦਾ ਕਾਰਨ ਕੀ ਹੈ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬਈ ਇਹਨੂੰ ਪੁੱਛ ਲਾ, ਜਿਹੜੀ ਚੱਲ ਕੇ ਆ ਕੇ ਇਸ਼ਨਾਨ ਕਰਵਾ ਸਕਦੀ ਜੈਤਨਾਮ ਦਾ, ਤੈਨੂੰ ਤੇਰੇ ਸਵਾਲ ਦਾ ਜਵਾਬ ਨਹੀਂ ਦੇਗੀ, ਇਹਨੂੰ ਪੁੱਛ ਲਾ। ਤੇ ਕਹਿੰਦੇ ਭਾਈ ਮਰਦਾਨੇ ਨੇ ਪੁੱਛਿਆ ਵੀ ਤੈਨੂੰ ਇਸ਼ਨਾਨ ਗੰਗਾ ਨੂੰ ਇਸ਼ਨਾਨ ਕਰਨ ਦੀ ਕੀ ਲੋੜ ਹੈ? ਲੋਕੀ ਤਾਂ ਆਪਣੇ ਪਾਪ ਜਾ ਕੇ ਤੀਰਥਾਂ ਤੇ ਲਾਉਂਦੇ ਐ, ਗੰਗਾ ਤੇ ਲਾਉਂਦੇ ਐ। ਕਹਿੰਦੇ ਅੱਗਿਓਂ ਆਵਾਜ਼ ਆਈ, ਉਹ ਗਊ ਕਹਿੰਦੀ ਐ ਇਸਤਰੀ ਦਾ ਰੂਪ ਧਾਰਨ ਕਰਕੇ, ਕਹਿੰਦੀ ਲੋਕ ਸਾਡੇ ਵਿੱਚ ਇਸ਼ਨਾਨ ਕਰ ਕਰਕੇ ਨਾ ਆਪਣੇ ਪਾਪ ਆਪਣੇ ਕਰਮ ਲਾ ਕੇ ਸਾਨੂੰ ਵੀ ਮੈਲੇ ਕਰ ਜਾਂਦੇ, ਸਾਨੂੰ ਵੀ ਕਿਸੇ ਰੱਬ ਦੇ ਪਿਆਰੇ ਦੀ ਧੂੜ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਪੈਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੋਕੀ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਹਨ ਆਪਣੇ ਗੁਨਾਹ ਬਖਸ਼ੇ ਜਾਣ, ਪਰ ਮਹਾਂਪੁਰਸ਼ਾਂ ਦਾ ਇੱਕ ਬਚਨ ਹੈ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਬਾਹਰ ਕੀਤੇ ਗੁਨਾਹ ਤੀਰਥਾਂ ਤੇ ਇਸ਼ਨਾਨ ਕਰਕੇ ਬਖਸ਼ਾ ਲਓਗੇ, ਜਿਹੜੇ ਗੁਨਾਹ ਤੀਰਥਾਂ ਉੱਪਰ ਜਾ ਕੇ ਕਰਦੇ ਹੋ ਉਹ ਕਿੱਥੇ ਬਖਸ਼ੇ ਜਾਣਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਦਾ ਤੀਰਥ ਕੀ ਹੈ? ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਸਿੱਖਾਂ ਦਾ ਤੀਰਥ ਹੈ ਗੁਰੂ ਦੇ ਬਖਸ਼ੇ ਹੋਏ ਗੁਰਮੰਤਰ ਦਾ ਉਚਾਰਨ ਕਰਕੇ ਆਪਣਾ ਇਸ਼ਨਾਨ ਕਰਾਉਣਾ, ਆਪਣੇ ਮਨ ਦਾ ਇਸ਼ਨਾਨ ਕਰਾਉਣਾ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਉ ਲੱਥੀ ਨਹਾਤਿਆਂ ਦੋਏ ਭਾ ਚੜੀਐ ਸਹੋਰ। ਕਹਿ ਤਾਂ ਅਸੀਂ ਆਪਣੇ ਪਾਪ ਲਾਉਣ ਵਾਸਤੇ, ਆਪਣੇ ਗੁਨਾਹ ਬਖਸ਼ਾਉਣ ਵਾਸਤੇ, ਉੱਪਰੋਂ ਹੰਕਾਰ ਦੀ ਪੰਡ ਹੋਰ ਲੱਦ ਕੇ ਲੈ ਜਾਂਦੀ, ਮੈਂ ਤੇ ਤੀਰਥ ਨਹਾ ਕੇ ਆਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਸਰੀਰ ਨੂੰ ਧੋਣਾ, ਇਹਦੀ ਮੈਲ ਨਹੀਂ ਉਤਰੇਗੀ ਕਦੇ ਵੀ, ਯਾਦ ਰੱਖਿਓ। ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ, ਕੀ ਮਹਾਰਾਜ ਕਹਿੰਦੇ ਨੇ? ਸੋਚੈ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ। ਤੁਸੀਂ ਇੱਕ ਵਾਰੀ ਛੱਡੋ 10 ਵਾਰੀ ਛੱਡੋ, ਮਹਾਰਾਜ ਕਹਿੰਦੇ ਲੱਖਾਂ ਵਾਰੀ ਭਾਵੇਂ ਜਾ ਕੇ ਇਸ਼ਨਾਨ ਕਰਦੇ ਰਹੋ, ਪਰ ਮਨ ਦੀ ਮੈਲ ਇਸ਼ਨਾਨ ਕਰਨ ਨਾਲ ਨਹੀਂ ਲੈਂਦੀ ਹੈ। ਮਨ ਕਿਵੇਂ ਸਾਫ਼ ਹੋਏਗਾ? ਆਪਾਂ ਪਹਿਲਾਂ ਪੜ੍ਹ ਕੇ ਹਟੇ ਆਂ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇ ਕੈ ਰੰਗ। ਮਨ ਦੀ ਮੈਲ ਰੱਬ ਦੇ ਨਾਮ ਨਾਲ ਲੈਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਇੱਕ ਹੋਰ ਹੈ, ਜਿੰਨੇ ਮਰਜ਼ੀ ਪ੍ਰਮਾਣ ਆਪਾਂ ਲੈ ਲਈਏ, ਸਮਾਂ ਆਪਣੇ ਪਾਸ ਥੋੜਾ ਹੈ। ਮਹਾਰਾਜ ਕਹਿੰਦੇ ਨੇ ਮਨ ਮੈਲੈ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ।
ਜੇ ਤੇਰਾ ਮਨ ਮੈਲਾ ਹੈ ਤਾਂ ਸਭ ਕੁਝ ਮੈਲਾ ਹੈ। ਤੇਰਾ ਕਰਾਇਆ ਖੰਡ ਪਾਠ ਮੈਲਾ ਹੈ, ਤੇਰੀ ਕੀਤੀ ਸੇਵਾ ਮੈਲੀ ਹੈ, ਤੇਰਾ ਜਪਿਆ ਨਾਮ ਮੈਲਾ ਹੈ। ਜੇ ਮਨ ਮੈਲਾ ਹੈ, ਮਨ ਮੈਲਾ ਸਭ ਕੁਝ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਸਰੀਰ ਧੋਣ ਦਾ ਮਨ ਕਦੇ ਸਾਫ਼ ਨਹੀਂ ਹੁੰਦਾ ਹੈ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜੀਅਸ ਹੋਰ। ਬਾਹਰ ਧੋਤੀ ਤੁਮੜੀ, ਅੰਦਰ ਵਿਸ ਨਕੋਰ। ਤੁਮੇ ਨੂੰ ਜਿੰਨਾ ਮਰਜੀ ਬਾਹਰੋਂ ਇਸ਼ਨਾਨ ਕਰਾ ਲਓ, ਡੁਬਕੀ ਤੇ ਡੁਬਕੀ ਲਵਾਈ ਚੱਲੋ ਗੰਗਾ ਦੇ ਵਿੱਚ ਜਾ ਕਰਕੇ, ਬਾਰੇ ਕਹਿੰਦੇ ਨੇ ਅੰਦਰੋਂ ਕੌੜੇ ਦਾ ਕੌੜਾ ਹੀ ਰਹੇਗਾ। ਸਾਧ ਭਲੇ ਅਣਨਾਤਿਆਂ, ਚੋਰ ਸੇ ਚੋਰਾ ਚੋਰ। ਉਹ ਤੇਰੇ ਅੰਦਰੋਂ ਮੈਲ ਨਾ ਜਾਵੇ, ਨਾਉਂਦਾ ਫਿਰੇ ਤੀਰਥਾਂ ਤੇ। ਅੰਦਰੋਂ ਮੈਲ ਨਾ, ਨਾਉਂਦਾ ਫਿਰੇ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ, ਨਾਉਂਦਾ ਫਿਰੇ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ, ਨਾਉਂਦਾ ਫਿਰੇ ਤੀਰਥਾਂ ਤੇ। ਅੰਦਰੋਂ ਭੈਣਾ ਬੋਲੋ, ਨਾਉਂਦਾ ਫਿਰੇ ਤੀਰਥਾਂ ਤੇਰੇ। ਵਾਹ। ਨਾਉਂਦਾ ਫਿਰੇ ਤੀਰਥਾਂ ਤੇ। ਨਾਉਂਦਾ ਫਿਰਦਾ ਨੀ ਤੀਰਥਾਂ, ਨਾਉਂਦਾ ਫਿਰਦਾ ਓ ਤੀਰਥਾਂ ਤੇ। ਬੋਲੋ, ਨਾਉਂਦਾ ਫਿਰਦਾ ਨੀ, ਹਾਂ ਨਾਉਂਦਾ ਫਿਰਦਾ ਪਿਆਰੇ ਤੀਰਥਾਂ ਤੇ। ਤੇਰੇ ਅੰਦਰੋਂ ਮੈਲ ਨਾ ਜਾਵੇ, ਮੈਲ ਨਾ ਜਾਵੇ, ਮੈਲ ਨਾ ਪਈ ਜਾਵੇ। ਨਾਉਂਦਾ ਫਿਰਦਾ ਤੀਰਥਾਂ, ਅੰਦਰੋਂ ਮੈਲ ਨਾ ਪਈ ਜਾਵੇ। ਨਾਉਂਦਾ ਫਿਰਦਾ ਤੀਰਥਾਂ ਤੇ। ਬੋਲੋ, ਅੰਦਰੋਂ ਮੈਲ ਨਾ ਪਈ ਜਾਵੇ। ਤੇਰੇ ਅੰਦਰੋਂ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾ ਪੈ ਕੇ। ਨਾਮ ਜਪਣ ਨਾਲ ਮਨ ਦੀ ਮੈਲ ਉਤਰੇਗੀ। ਲਓ ਆਪਾਂ ਆਪਣੀ ਵਿਚਾਰ ਵੱਲ ਆਈਏ। ਗੁਰੂ ਨਾਨਕ ਸਾਹਿਬ ਜੀ ਜਦੋਂ ਲੱਗੇ ਨਾ ਤੁਰਨ ਇੱਥੋਂ ਜੈਤ ਰਾਮ ਨਾਲ ਗੱਲ ਕਰਕੇ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਸ਼ਹਿਰ ਵੇਖਣਾ ਚਾਹੁੰਦਾ ਹੈ। ਪਟਨਾ ਸ਼ਹਿਰ ਮੰਨਿਆ ਪਰਮੰਨਿਆ ਸ਼ਹਿਰ ਸੀ ਉਸ ਸਮੇਂ ਦੇ ਵਿੱਚ। ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਸ਼ਹਿਰ ਦੇਖਣਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ, ਚੰਗਾ ਵੀ ਮਰਦਾਨਿਆ, ਜੇ ਤੇਰੀ ਸ਼ਹਿਰ ਦੇਖਣ ਦੀ ਇੱਛਾ ਹੈ, ਪਟਨਾ ਦੇਖਣ ਦੀ ਇੱਛਾ ਹੈ, ਦੇਖਿਆ ਸਾਡਾ ਇੱਕ ਕੰਮ ਕਰਕੇ ਆਈ। ਹੁਕਮ ਕਰੋ ਮਹਾਰਾਜ। ਗੁਰੂ ਨਾਨਕ ਸਾਹਿਬ ਜੀ ਨੇ ਨਾ ਜੀ ਕਹਿੰਦੇ ਇੱਕ ਲਾਲ ਦਿੱਤਾ ਭਾਈ ਮਰਦਾਨੇ ਨੂੰ। ਲਾਲ ਥੋੜਾ ਸੌਖਾ ਕਰ ਦਈਏ, ਹੀਰਾ ਕਹਿ ਲਓ, ਹੀਰਾ। ਲਾਲ ਦਾ ਨਹੀਂ ਪਤਾ ਹੁੰਦਾ ਬਹੁਤਾ। ਹੀਰਾ ਦਿੱਤਾ। ਮਰਦਾਨਿਆ ਲੈ ਸਾਡੀ ਆ ਚੀਜ਼ ਵੇਚ ਕੇ ਆਵੀਂ। ਸਤਿਵਚਨ ਮਹਾਰਾਜ। ਭਾਈ ਮਰਦਾਨੇ ਨੇ ਉਹ ਲਾਲ ਆਪਣੀ ਜੇਬ ਵਿੱਚ ਪਾਇਆ ਤੇ ਪਟਨੇ ਸ਼ਹਿਰ ਵੱਲ ਨੂੰ ਤੁਰ ਪਏ। ਮੈਂ ਪਹਿਲਾਂ ਵੀ ਬੇਨਤੀ ਕਈ ਥਾਵਾਂ ਤੇ ਕੀਤੀ ਹੈ। ਮਹਾਂਪੁਰਸ਼ ਬਾਬਾ ਹਰਦੇਵ ਸਿੰਘ ਜੀ ਲੂਲੋਂ ਵਾਲੇ ਸੰਤ, ਉਹ ਵੀ ਬਹੁਤ ਥਾਵਾਂ ਤੇ ਇਹ ਬਚਨ ਕਰਦੇ ਹੁੰਦੇ ਸੀ। ਉਹਨੇ ਕਹਿਣਾ, ਗੁਰੂ ਨਾਨਕ ਸਾਹਿਬ ਨੇ ਸਿੱਖੋ ਆਪਾਂ ਨੂੰ ਬਹੁਤ ਕੁਝ ਵੇਚਿਆ, ਪਰ ਆਪਾਂ ਲੈ ਨਹੀਂ ਸਕੇ। ਗੁਰੂ ਨਾਨਕ ਸਾਹਿਬ ਨੇ ਸਾਨੂੰ ਬੜਾ ਕੁਝ ਦਿੱਤਾ, ਆਪਾਂ ਲੈ ਨਹੀਂ ਸਕੇ।
ਗੁਰੂ ਘਰ ਵਿੱਚ ਸਭ ਤੋਂ ਮਹਿੰਗੀ ਦਾਤ ਕਿਹੜੀ ਹੈ ਭਲਾ ਬਈ? ਜਿੰਨੇ ਆਪਾਂ ਸਾਰੇ ਬੈਠੇ ਹਾਂ, ਚਾਹੇ ਤੁਸੀਂ ਹੋ ਚਾਹੇ ਅਸੀਂ ਹਾਂ, ਸਾਰੇ ਸੰਗਤ ਰੂਪ ਆਪਾਂ ਬੈਠੇ ਹਾਂ। ਜੇ ਸਵਾਲ ਇਹ ਕਰੀਏ ਵੀ ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਮਹਿੰਗੀ ਚੀਜ਼ ਕਿਹੜੀ ਹੈ, ਤੇ ਜਵਾਬ ਕੀ ਮਿਲੇਗਾ? ਕੋਈ ਆਖੇਗਾ ਪੁੱਤ, ਕੋਈ ਆਖੇਗਾ ਜੀ ਦੁੱਧ, ਕੋਈ ਆਖੇਗਾ ਜੀ ਮਾਇਆ ਜ਼ਮੀਨ ਜਾਇਦਾਦਾਂ, ਕੋਈ ਕੁਝ ਆਖੇਗਾ, ਕੋਈ ਕੁਝ ਆਖੇਗਾ। ਪਰ ਯਾਦ ਰੱਖਿਓ, ਦੁੱਧ ਪੁੱਤ ਜ਼ਮੀਨ ਜਾਇਦਾਦਾਂ ਮਾਇਆ ਪੈਸਾ ਸਾਧ ਸੰਗਤ ਜੀ, ਇਹ ਤੇ ਗੁਰੂ ਨਾਨਕ ਦੀਆਂ ਸੰਗਤਾਂ ਦੇ ਜੋੜਿਆਂ ਵਿੱਚ ਰੁਲਦੇ ਪਏ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦੀ ਕੋਈ ਕੀਮਤ ਨਹੀਂ ਦੇਣੀ ਪੈਂਦੀ ਹੈ, ਇਹ ਫ੍ਰੀ ਵਿੱਚ ਮਿਲ ਜਾਂਦੀਆਂ ਨੇ ਸਾਰੀਆਂ ਚੀਜ਼ਾਂ। ਪਰ ਗੁਰੂ ਨਾਨਕ ਦੇ ਘਰੇ ਇੱਕ ਚੀਜ਼ ਸਾਧ ਸੰਗਤ ਜੀ ਬਿਨਾਂ ਮੁੱਲ ਦਿੱਤਿਆਂ ਨਹੀਂ ਮਿਲਦੀ ਹੈ, ਉਹਦਾ ਮੁੱਲ ਤਾਰਨਾ ਪੈਂਦਾ ਹੈ। ਉਹ ਦਾਤ ਕਿਹੜੀ ਹੈ? ਉਹ ਦਾਤ ਹੈ ਗੁਰੂ ਦੇ ਬਖਸ਼ਿਸ਼ ਕੀਤੇ ਹੋਏ ਨਾਮ ਦੀ। ਤੇ ਮਹਾਰਾਜ ਨੇ ਉਹਦਾ ਮੁੱਲ ਲਿਖ ਦਿੱਤਾ ਗੁਰਬਾਣੀ ਦੇ ਵਿੱਚ। ਕਦੇ ਵਿਚਾਰ ਕੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ ਨਾ, ਤੇ ਬੜੇ ਖਜ਼ਾਨੇ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਆਪਣਾ ਪਰ ਕੰਮ ਕੀ ਹੁੰਦਾ ਹੈ? ਉਧਰੋਂ ਸਿੱਖ ਸਵੇਰੇ ਭੱਜ ਕੇ ਬਾਥਰੂਮ 'ਚ ਵੜ ਜਾਏਗਾ, ਨਾਲੇ ਤੇ ਪਾਣੀ ਪਾਈ ਜਾਣਾ, ਨਾਲੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਿੱਖ ਦਾ ਜਾਪਜੀ ਸਾਹਿਬ ਨਹਾਉਂਦਿਆਂ ਨਹਾਉਂਦਿਆਂ ਪੂਰਾ ਹੋ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਤੁਹਾਡੀ ਪੜ੍ਹੀ ਬਾਣੀ ਕਿਸੇ ਅਰਥ ਨਹੀਂ ਹੈ। ਜਿੰਨਾ ਗੁਰਬਾਣੀ ਨੂੰ ਟਿਕ ਕੇ ਪੜ੍ਹੋਗੇ, ਵਿਚਾਰ ਕੇ ਪੜ੍ਹੋਗੇ, ਸਮਝ ਕੇ ਪੜ੍ਹੋਗੇ, ਨਵੇਂ ਤੋਂ ਨਵਾਂ ਖਜ਼ਾਨਾ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਬੋਲੋ ਸੁਣੀ। ਭਾਈ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰੂ ਸਾਹਿਬ ਦੀ ਇੱਕ ਸਿੱਖਿਆ ਸੁਣ ਲਓ, ਕਿਨਕਾ ਏਕ ਜਿਸ ਜੀ ਬਸਾਵੇ, ਤਾਂ ਕਿ ਮਹਿਮਾ ਗੰਨੀ ਨਾ ਆਵੇ। ਅਸੀਂ 1430 ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਿੱਥੇ ਆਪਣੇ ਮਨ 'ਚ ਵਸਾ ਸਕਦੇ ਹਾਂ? ਮਹਾਰਾਜ ਕਹਿੰਦੇ ਇੱਕੋ ਗੱਲ ਮੰਨ ਲਾ, ਇੱਕੋ ਹੀ ਬਹੁਤ ਹੈ। ਇੱਕ ਗੱਲ ਮੰਨਣ ਵਾਸਤੇ ਪਹਿਲਾਂ ਗੱਲ ਸੁਣਨੀ ਪਏਗੀ। ਜਿੰਨਾ ਸਮਾਂ ਸੁਣਦੇ ਨਹੀਂ ਉਹਨਾਂ ਸਮਾਂ ਗੱਲ ਨਹੀਂ ਕਦੇ ਬਣੇਗੀ। ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਨਾ ਜੀ ਨਾਮ ਦਾ ਮੁੱਲ ਦੱਸਿਆ। ਮੁੱਲ ਮਹਾਰਾਜ ਕਹਿੰਦੇ ਹੋਰ ਜੋ ਮਰਜ਼ੀ ਮੰਗ ਲਈ ਫ੍ਰੀ ਵਿੱਚ ਮਿਲ ਜਾਏਗਾ। ਦੁੱਧ ਮਿਲ ਜਾਏਗਾ, ਪੁੱਤ ਮਿਲ ਜਾਏਗਾ, ਜ਼ਮੀਨਾਂ ਮਿਲ ਜਾਣਗੀਆਂ, ਸੋਨਾ ਮਿਲ ਜਾਏਗਾ, ਜੋ ਮੰਗੇਗਾ ਮਿਲੇਗਾ। ਪਰ ਇੱਕ ਚੀਜ਼ ਤੈਨੂੰ ਮੁੱਲ ਦਿੱਤੇ ਬਿਨਾਂ ਨਹੀਂ ਮਿਲਣੀ ਹੈ। ਮਹਾਰਾਜ ਉਹ ਕੀ ਹੈ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨਾਮ ਦੀ ਦਾਤ ਬਿਨਾਂ ਮੁੱਲ ਤੋਂ ਨਹੀਂ ਮਿਲਦੀ। ਤੇ ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਅਮੁੱਲੀ ਚੀਜ਼, ਸਭ ਤੋਂ ਮਹਿੰਗੀ ਚੀਜ਼ ਰੱਬ ਦਾ ਨਾਮ ਹੈ। ਸੱਚੇ ਪਾਤਸ਼ਾਹ ਕੀ ਮੁੱਲ ਦੇਣਾ ਪਏਗਾ? ਤੇ ਮਹਾਰਾਜ ਕੀ ਕਹਿੰਦੇ ਨੇ? ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੂਲ। ਰੱਬ ਦਾ ਨਾਮ ਸੋਨਾ ਦਿੱਤਿਆਂ ਮਾਇਆ ਦਿੱਤਿਆਂ ਚੜਾਵੇ ਚੜਾਇਆ ਨਹੀਂ ਮਿਲਦਾ, ਇੱਥੇ ਆਪਣਾ ਮਨ ਦੇਣਾ ਪੈਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਨਾ ਭਾਈ ਬੋਲਿਓ। ਜਿਸ ਵਖਰ ਕੋ ਬੋਲੋ, ਜਿਸ ਵਖਰ ਕੋ ਲੈਣ ਤੋਂ ਆਇਆ। ਕੀ ਲੈਣ ਆਇਆ? ਇਹਦਾ ਜਵਾਬ ਮਹਾਰਾਜ ਨੇ ਅੱਗੇ ਦਿੱਤਾ ਦੂਜੀ ਪੰਕਤੀ ਵਿੱਚ। ਜਿਸ ਵਖਰ ਕੋ ਲੈਣ ਤੋਂ ਆਇਆ। ਮਹਾਰਾਜ ਕੀ ਲੈਣ? ਰਾਮ ਨਾਮ। ਇਹ ਜਵਾਬ ਹੈ। ਲੈਣ ਕੀ ਆਇਆ? ਰੱਬ ਦਾ ਨਾਮ। ਮਿਲੇਗਾ ਕਿੱਥੋਂ? ਸੰਤਨ ਘਰ ਪਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਚੀਜ਼ ਲੈਣ ਵਾਸਤੇ ਆਇਆ ਰੱਬ ਦੇ ਪਿਆਰਿਆਂ ਕੋ ਮਿਲੇਗੀ। ਜਿਸ ਵਖਰ ਕੋ ਲੈਣ ਤੋਂ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਸੱਚੇ ਪਾਤਸ਼ਾਹ ਮਿਲ ਜਾਏਗਾ ਨਾਮ। ਕੀ ਦੇਣਾ ਪਏਗਾ? ਨਾਮ ਦੇ ਵਟੇ। ਤੇ ਮਾਰੇ ਕਹਿੰਦੇ ਨੇ ਤਾਜ ਅਭਿਮਾਨ ਲੇਹੋ ਮਨ ਮੂਲ। ਆਪਣਾ ਹੰਕਾਰ ਦੇ ਜਾ ਤੇ ਨਾਮ ਲੈ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੀ ਹਉਮੈ ਇੱਥੇ ਛੱਡ ਜਾ। ਤੁਸੀਂ ਆ ਕੇ 10 ਰੁਪਏ ਗੋਲਕ ਵਿੱਚ ਪਾਉਨੇ ਹੋ, ਕੋਈ 50 ਪਾਉਂਦਾ, ਕੋਈ 500 ਪਾਉਂਦਾ, ਕੋਈ 2000 ਪਾਉਂਦਾ ਹੈ। ਮਾਰੇ ਕਹਿੰਦੇ ਮੈਨੂੰ ਨਹੀਂ ਚਾਹੀਦੇ। ਇਹ ਨਾ ਲੈ ਕੇ ਆ ਬੇਸ਼ੱਕ ਦੀ। ਜੇ ਇੱਥੇ ਮੱਥਾ ਟੇਕਣਾ ਤਾਂ ਆਪਣੇ ਹੰਕਾਰ ਦਾ ਟੇਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪਰ ਦੁੱਖ ਨਾਲ ਕਹਿਣਾ ਪੈਂਦਾ ਹੈ, ਜਿੰਨਾ ਹੰਕਾਰ ਅਸੀਂ ਇਹ ਗੁਰੂ ਘਰ ਆ ਕੇ ਦਿਖਾਉਨੇ, ਇੰਨਾ ਬਾਹਰ ਕਿਤੇ ਵੀ ਨਹੀਂ ਵਿਖਾਉਂਦੇ। 100 ਦਾ ਨੋਟ ਉਹ ਦਰਵਾਜ਼ੇ 'ਚੋਂ ਚੌੜਾ ਕਰਕੇ ਹਿਲਾਉਂਦੇ ਲੈ ਕੇ ਆਉਣਗੇ, ਦਿਸ ਪਵੇ ਸਾਰਿਆਂ ਨੂੰ 100 ਦਾ ਮੱਥਾ ਟੇਕਣ ਲੱਗਾ ਮੈਂ। ਸਿਆਣੇ ਕਹਿੰਦੇ ਨੇ ਸੱਜੇ ਹੱਥ ਨਾਲ ਦਾਨ ਕਰੀਏ, ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਤੁਸੀਂ ਸਾਰੇ ਖੇਤੀਬਾੜੀ ਕਰਨ ਵਾਲੇ ਬੈਠੇ ਹੋਵੋਗੇ, ਸਿਆਣੇ ਬੈਠੇ ਹੋ। ਜਦੋਂ ਆਪਾਂ ਫਸਲ ਬੀਜਦੇ ਆ ਨਾ ਜੀ, ਜਿਹੜਾ ਦਾਣਾ ਨੰਗਾ ਰਹਿ ਜਾਵੇ ਉਹ ਕਦੇ ਨਹੀਂ ਉਗਦਾ ਹੁੰਦਾ। ਉੱਗੇਗਾ ਉਹ ਜਿਹਦੇ ਉੱਪਰ ਮਿੱਟੀ ਪੈ ਜਾਏਗੀ। ਨੰਗੇ ਪੈ ਦਾਣੇ ਨੂੰ ਤਾਂ ਪੰਛੀ ਖਾ ਜਾਂਦੇ ਨੇ, ਚੁਗ ਜਾਂਦੇ ਨੇ, ਜਾਨਵਰ ਚੁਗ ਜਾਂਦੇ ਹਨ। ਜਿਹੜਾ ਤੁਸੀਂ ਇੱਥੇ ਆ ਕੇ ਦਾਨ ਪੁੰਨ ਕਰਨਾ ਹੈ, ਭਜਨ ਬੰਦਗੀ ਕਰਨੀ ਹੈ, ਇਹਦੇ ਉੱਪਰ ਮਿੱਟੀ ਪਾ ਜਾਇਆ ਕਰੋ, ਇਹਨੂੰ ਲੁਕੋ ਜਾਇਆ ਕਰੋ।
ਗੁਪਤ ਰੱਖਿਆ ਕਰੋ ਆਪਣਾ ਕੰਮ ਜੇ ਫੜ ਲੈਣਾ ਹੈ ਤਾਂ। ਇੱਥੇ ਤਾਂ ਦੁੱਖ ਨਾਲ ਕਹਿਣਾ ਪੈਂਦਾ ਵੀ ਗੁਰਦੁਆਰੇ 1500 ਦਾ ਪੱਖਾ ਤੇ ਸਾਰੇ ਟੱਬਰ ਦੇ ਉੱਪਰ ਨਾਮ। ਆਖੋ ਸਤਨਾਮ ਸ੍ਰੀ ਵਾਹਿਗੁਰੂ। 1500 ਦਾ ਪੱਖਾ ਚੜਾਉਣਾ ਹੈ, ਇਹ ਤੇ ਮੇਰਾ ਨਾਂ ਲਿਖ ਦੇ, ਮੇਰੇ ਬਾਪੂ ਦਾ ਲਿਖ ਦੇ, ਮੇਰੇ ਘਰ ਵਾਲੀ ਦਾ ਲਿਖ ਦੇ, ਮੇਰੇ ਬੱਚੇ ਦਾ ਲਿਖ ਦੇ। ਤੇ ਮੈਂ ਬਹੁਤ ਥਾਵਾਂ ਤੇ ਇਹ ਗੱਲ ਕਹਿਣਾ ਹੁੰਦਾ ਵੀ ਜਿੱਥੇ ਇੰਨੇ ਲਿਖਾਤੇ ਉੱਥੇ ਜੰਮਣ ਵਾਲੇ ਦਾ ਵੀ ਲਿਖਾ ਦੇ। ਜਿਹੜਾ ਤੇਰੇ ਘਰੇ ਜੰਮਣਾ ਅੱਗੇ ਹੁਣ ਤੈਨੂੰ ਪਤਾ ਹੀ ਹੋਏਗਾ ਕੀ ਨਾਂ ਰੱਖਣਾ, ਉਹ ਵੀ ਲਿਖਾ ਦਿਆ ਕਰੋ ਵੀ ਇਹਦੇ ਲੋ ਪੱਖੇ ਦੀ ਸੇਵਾ ਹੋਈ। ਕਮਾਲ ਦੀ ਗੱਲ ਹੈ। ਸਾਡੇ ਮਨ ਕਾਲੇ ਸੀ, ਸਾਡੇ ਦਿਲ ਕਾਲੇ ਸੀ, ਅਸੀਂ ਗੁਰੂ ਘਰ ਵੀ ਨਹੀਂ ਛੱਡੇ, ਉੱਥੇ ਵੀ ਆਪਣੇ ਨਾਂ ਲਿਖਾ ਲਿਖਾ ਕੇ ਪੱਥਰ ਲਾ ਲਾ ਕੇ ਗੁਰੂ ਘਰ ਵੀ ਕਾਲੇ ਕਰ ਛੱਡੇ, ਉਹ ਵੀ ਕਾਲੇ ਕਰ ਛੱਡੇ ਨੇ। ਸੱਜੇ ਹੱਥ ਨਾਲ ਦਾਨ ਕਰੋ, ਖੱਬੇ ਨੂੰ ਪਤਾ ਨਾ ਲੱਗੇ। ਜੇ ਗੁਰੂ ਸਾਹਿਬ ਕੋ ਨਾਮ ਦੀ ਦਾਤ ਲੈਣੀ ਆ ਨਾ ਜੀ, ਮਾਰੇ ਕਹਿੰਦੇ ਨੇ ਰੱਬ ਕਿਵੇਂ ਮਿਲੇਗਾ ਬਈ? ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਬੋਲੋ ਭਾਈ, ਸੋਨੇ ਦੇ ਬੋਲੋ। ਹਾਂ, ਮਿਲਦਾ ਹੈ ਮਨ ਵਾਹ। ਰੱਬ ਸੋਨੇ ਦੇ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਮਿਲਦਾ ਹੈ ਜੀ ਮਨ ਵੇਚ ਕੇ, ਮਿਲਦਾ ਹੈ ਜੀ ਮਨ ਵੇਚ ਕੇ। ਮਨ ਵੇਚ ਕੇ, ਮਿਲਦਾ ਹੈ ਜੀ ਮਨ ਵੇਚ ਕੇ। ਮਿਲਦਾ ਹੈ ਜੀ ਮਨ ਵੇਚ ਕੇ। ਉਹ ਮਿਲਦਾ ਹੈ ਜੀ ਭਾਈ ਮਨ ਵੇਚ ਕੇ। ਮਿਲਦਾ ਹੈ ਜੀ ਮਨ ਵੇਚ ਕੇ। ਮਿਲਦਾ ਹੈ ਜੀ ਮਨ ਵੇਚ ਕੇ। ਮਿਲਦਾ ਹੈ ਜੀ, ਸਾਰੇ ਬੋਲੋ ਸਾਰੇ। ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਹਾਂ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ ਮਿਲਦਾ, ਮਿਲਦਾ ਹੈ ਮਨ ਵੇਚ ਕੇ। ਰੱਬ ਸੋਨੇ ਦੇ ਬਰਾਬਰ ਨਹੀਂ
ਪਾਈਐ ਨਹੀਂ ਤੋਲ, ਮਨ ਦੇ RAM ਲਿਆ ਹੈ ਮੋਲ। ਭਾਈ ਮਰਦਾਨਾ ਸਾਹਿਬ ਜੀ ਨੇ ਉਹ ਹੀਰਾ ਆਪਣੀ ਜੇਬ ਵਿੱਚ ਪਾਇਆ ਤੇ ਪਟਨੇ ਸ਼ਹਿਰ ਵਿੱਚ ਸਾਧ ਸੰਗਤ ਜੀ ਪੁੱਛਦੇ ਫਿਰਦੇ ਨੇ, ਭਾਈ ਮਰਦਾਨਾ ਸਾਹਿਬ ਜੀ ਮੇਰੇ ਕੋਲੋਂ ਆ ਦਾਤ ਲੈ ਲਓ, ਖਰੀਦ ਲਓ, ਕੋਈ ਮੁੱਲ ਲੈ ਲਓ। ਤੇ ਹਰ ਬੰਦਾ ਅੱਗੇ ਹੁਣ ਟਿਚਣਾ ਕਰਦਾ, ਕਹਿੰਦਾ ਗੰਗਾ ਦਾ ਪੱਥਰ ਚੱਕੀ ਫਿਰਦਾ, ਇਹਦਾ ਤੈਨੂੰ ਕੀ ਦੇ ਦਈਏ। ਪਰਖ ਨਹੀਂ ਸੀ ਕਿਸੇ ਨੂੰ। ਕੋਈ ਆਖੇ 2 ਸੇਰ ਸਬਜ਼ੀ ਲੈ ਜਾ, ਕੋਈ ਆਖੇ 2 ਗਜ ਕੱਪੜਾ ਲੈ ਜਾ, ਕੋਈ ਕੁਝ ਆਖੇ, ਕੋਈ ਕੁਝ ਆਖੇ। ਤੇ ਭਾਈ ਮਰਦਾਨਾ ਜੀ ਵਾਪਸ ਲੈ ਆਏ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਮਹਾਰਾਜ ਇਹ ਨਹੀਂ ਕਿਸੇ ਨੇ ਖਰੀਦਿਆ। ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆ ਜਾ, ਕੋਈ ਮਿਲੇਗਾ ਜ਼ਰੂਰ ਜਿਹੜਾ ਖਰੀਦੇਗਾ। ਇੱਕ ਗੇੜਾ ਹੋਰ ਲਾ ਕੇ ਆ ਸਤਿਵਚਨ ਮਹਾਰਾਜ। ਦੂਜੀ ਵਾਰੀ ਉਹ ਫੇਰ ਤੁਰ ਪਏ ਭਾਈ ਮਰਦਾਨਾ ਸਾਹਿਬ ਜੀ। ਸਾਰੇ ਪਟਨੇ ਸ਼ਹਿਰ ਦਾ ਗੇੜਾ ਕੱਢਿਆ, ਕੋਈ ਨਾ ਮਿਲਿਆ। ਵਾਪਸ ਆ ਗਏ, ਮਹਾਰਾਜ ਇਹ ਨਹੀਂ ਵਿਕਦਾ, ਕੋਈ ਨਹੀਂ ਖਰੀਦ ਰਿਹਾ ਹੈ। ਮਰਦਾਨਿਆ ਇੱਕ ਵਾਰੀ ਫੇਰ ਜਾ। ਸਤਿਵਚਨ ਮਹਾਰਾਜ। ਸਿੱਖ ਦਾ ਕੰਮ ਕੀ ਹੈ? ਜੋ ਗੁਰੂ ਕਹਿ ਦੇਵੇ। ਸਤਿਵਚਨ ਮਹਾਰਾਜ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮੰਨੀ। ਸਤ ਵਚਨ ਦੇ ਅਧਿਕਾਰੀ ਬਣੋ। ਸਤ ਵਚਨ ਜਿੰਨਾ ਸਮਾਂ ਨਹੀਂ ਆਪਣੇ ਮਨ ਵਿੱਚ ਵਸਦਾ, ਜੋ ਸੱਚੇ ਪਾਤਸ਼ਾਹ ਕਹਿਤਾ ਉਹ ਸਤ ਹੈ ਜੀ। ਜੋ ਤੁਸੀਂ ਕਹਿੰਦੇ ਸਾਡੇ ਭਲੇ ਵਾਸਤੇ ਕਹਿੰਦੇ ਹੋ, ਉਹਨਾਂ ਸਮਾਂ ਗੱਲ ਨਹੀਂ ਬਣੇਗੀ ਜਿੰਨਾ ਸਮਾਂ ਸਤ ਵਚਨ ਨਹੀਂ ਕਹਿੰਦੇ। ਪਰ ਇਹੋ ਜਿਹਾ ਸਤ ਵਚਨ ਨਾ ਕਰਿਓ। ਮੈਨੂੰ ਯਾਦ ਆ ਗਿਆ, ਸਮਾਂ ਭਾਵੇਂ ਆਪਣਾ ਲਾਗੇ ਲੱਗ ਚੱਲਿਆ, ਪਰ ਟਿਕਾ ਬਣਾ ਕੇ ਬੈਠੇ ਰਹੋ। ਹੁਣ ਆਨੰਦ ਬਣਿਆ ਹੋਇਆ ਹੈ। ਸੰਤਾਂ ਕੋਲ ਨਾ ਕੋਈ ਮੇਰੇ ਵਰਗਾ ਚੇਲਾ ਗਿਆ, ਸੰਤ ਜੀ ਮੈਨੂੰ ਨਾਲ ਰੱਖ ਲਓ। ਕਹਿੰਦੇ ਰਹਿ ਪਾ ਭਾਈ, ਤੂੰ ਵੀ ਰਹਿ ਪਾ, ਮੈਂ ਬੰਦਗੀ ਕਰਿਆ ਕਰੂੰ, ਤੁਹਾਡੀ ਸੇਵਾ ਕਰਿਆ ਕਰੂੰ। ਕਹਿੰਦੇ ਰਹਿ ਪਾ। ਸ਼ਾਮ ਦਾ ਹੋਇਆ ਸਮਾਂ, ਮੀਂਹ ਲੱਗ ਪਿਆ ਪੈਣ। ਤੇ ਮਹਾਂਪੁਰਸ਼ ਕਹਿੰਦੇ ਪੁੱਤਰਾ, ਜਿਹੜੀ ਆਪਾਂ ਛੰਨ ਵਿੱਚ ਬੈਠੇ ਆ, ਛੰਨ ਹੈਗੀ ਚੋਂਦੀ। ਮੇਰਾ ਪੁੱਤ ਉੱਪਰ ਜਾ ਕੇ ਛੰਨ ਜਿੱਥੋਂ ਚੋਂਦੀ ਆ ਨਾ, ਉਹਦੇ ਉੱਪਰ ਕੁਝ ਪਾਇਆ, ਥੱਲੇ ਪਾਣੀ ਉਹਨੂੰ ਹਟ ਜਾਵੇ। ਉਹ ਬੋਰਿਓ ਹੱਥ ਜੋੜ ਕਹਿੰਦਾ ਮਹਾਰਾਜ ਜਾ ਤੇ ਮੈਂ ਆਵਾਂ, ਪਰ ਗੱਲ ਬਣਦੀ ਨਹੀਂ। ਕਹਿੰਦੇ ਕਿਉਂ? ਕਹਿੰਦੇ ਤੁਸੀਂ ਥੱਲੇ ਬੈਠੇ, ਮੈਂ ਤੁਹਾਡੇ ਸਿਰ ਤੇ ਚੜਿਆ ਫਿਰਾਂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਤ ਵਚਨ ਕਹਿਣਾ ਬਹੁਤ ਔਖਾ ਹੈ। ਮਤਲਬ ਮੈਂ ਨਹੀਂ ਜਾਣਾ। ਉਹ ਬਾਬੇ ਆਪ ਉੱਪਰ ਗਏ, ਛੱਤ ਉੱਪਰੋਂ ਕਰਿਆ ਇਹ ਬੰਦ, ਪਾਣੀ ਆਉਣੋਂ ਹਟ ਗਿਆ। ਦਿਨ ਚੜਿਆ। ਕਹਿੰਦੇ ਪੁੱਤਰਾ ਕੰਮ ਕਰ ਇੱਕ। ਹਾਂਜੀ ਮਹਾਰਾਜ। ਕਹਿੰਦੇ ਜੰਗਲ ਵਿੱਚੋਂ ਜਾ ਕੇ ਲੱਕੜਾਂ ਲੈ ਆਪਾਂ ਪ੍ਰਸ਼ਾਦਾ ਬਣਾ ਲਈਏ। ਮਹਾਰਾਜ ਜੀ ਚਲਿਆ ਤੇ ਜਾਵਾਂ, ਪਰ ਇੱਕ ਮੁਸ਼ਕਲ ਹੈ। ਸੇਵਕ ਗੱਲਾਂ ਵਾਲੇ ਹਨ ਘਨੇਰੇ, ਸੇਵਕ ਕੋਈ ਕੋਈ ਹੈ। ਸੱਚੇ ਮਹਾਰਾਜ ਜੀ ਮੈਂ ਚਲਿਆ ਤੇ ਜਾਵਾਂ, ਪਰ ਮੁਸ਼ਕਲ ਹੈ। ਕਹਿੰਦੇ ਕੀ? ਕਹਿੰਦੇ ਜੇ ਮੈਂ ਲੱਕੜਾਂ ਲੈਣ ਵਾਸਤੇ ਗਿਆ, ਤੁਹਾਡੇ ਵੱਲੋਂ ਮੇਰੀ ਪਿੱਠ ਹੋ ਜਾਣੀ ਹੈ। ਬਾਬਾ ਜੀ ਮੈਂ ਤੁਹਾਡੇ ਵੱਲੋਂ ਪਿੱਠ ਨਹੀਂ ਕਰ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਮੈਂ ਨਹੀਂ ਜਾਣਾ, ਆਪੇ ਜਾਓ। ਇਹ ਸਤ ਵਚਨ ਨਹੀਂ ਹੁੰਦਾ। ਸੰਤ ਕਹੇ ਲੱਕੜਾਂ ਲੈ ਆਏ, ਪ੍ਰਸ਼ਾਦਾ ਤਿਆਰ ਹੋ ਗਿਆ, ਲੰਗਰ ਹੋ ਗਿਆ ਤਿਆਰ। ਆ ਵੀ ਦਿਲਬਾਗ ਸਿਆਂ ਪ੍ਰਸ਼ਾਦਾ ਛਕ ਲੈ। ਸਾਡਾ ਸਿੰਘ ਬੈਠਾ ਸਾਹਮਣੇ। ਆ ਵੀ ਦਿਲਬਾਗ ਸਿਆਂ ਪ੍ਰਸ਼ਾਦਾ ਛਕ ਲੈ। ਹੱਥ ਜੋੜ ਕੇ ਕਹਿੰਦਾ ਮਹਾਰਾਜ ਸੁਣਿਆ ਸੀ ਸੰਤਾਂ ਦਾ ਤੀਜਾ ਵਚਨ ਨਹੀਂ ਮੋੜੀਦਾ, ਇਹ ਛਕ ਲੈਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਵੀ ਤੀਜਾ ਵਚਨ ਨਹੀਂ ਸਾਧੂਆਂ ਦਾ ਮੋੜੀਦਾ, ਇਹ ਛਕ ਲਵਾਂਗੇ। ਇਹੋ ਜਿਹਾ ਸਤ ਵਚਨ ਨਹੀਂ ਕਦੇ ਕਰਨਾ। ਗੁਰੂ ਦੇ ਹਰ ਕੰਮ ਤੇ ਸਤ ਹੈ ਜੀ। ਭਾਈ ਮਰਦਾਨਾ ਸਾਹਿਬ ਜੀ ਜੇਬ 'ਚ ਪਾਇਆ ਹੀਰਾ। ਕਹਿੰਦੇ ਚੰਗਾ ਵਿਕੇ ਨਾ ਵਿਕੇ ਸ਼ਹਿਰ ਤੇ ਦਿਸਦਾ ਹੀ ਹੈ। ਸ਼ਹਿਰ ਵਿੱਚ ਗੇੜਾ ਤੇ ਦੇਵਾਂਗੇ ਨਾ ਖੁੱਲ ਕੇ। ਤੀਜੇ ਗੇੜੇ ਭਾਈ ਮਰਦਾਨਾ ਜੀ ਗਏ, ਤੇ ਗਏ ਕਿੱਥੇ? ਜਿਹਨੂੰ ਤੁਸੀਂ ਅੱਜ ਪਟਨਾ ਸਾਹਿਬ ਗੁਰਦੁਆਰਾ ਸਾਹਿਬ ਜਾ ਕੇ ਨਮਸਕਾਰ ਕਰਦੇ ਹੋ। ਇਹ ਕੋਠੀ ਸੀ ਉਸ ਸਮੇਂ ਸਾਧ ਸੰਗਤ ਜੀ ਪਟਨਾ ਸਾਹਿਬ ਦੇ ਜੌਹਰੀ ਦੀ। ਉਹਦਾ ਨਾਮ ਸੀ ਸਾਲਸਰਾਏ। ਸੁਨਿਆਰਾ ਪਟਨੇ ਸ਼ਹਿਰ ਦਾ ਸਭ ਤੋਂ ਅਮੀਰ ਬੰਦਾ। ਭਾਈ ਮਰਦਾਨਾ ਸਾਹਿਬ ਜੀ ਇਹਦੀ ਕੋਠੀ ਅੱਗੇ ਗਏ, ਸੋਚਦੇ ਆ, ਕਹਿੰਦੇ ਇਹਨੂੰ ਪੁੱਛ ਚੱਲੀਏ, ਸ਼ਾਇਦ ਮੇਰਾ ਲਾਲ ਇਹ ਖਰੀਦ ਲਵੇ। ਪਹਿਲਾਂ ਕਿਸੇ ਨੂੰ ਪਰਖ ਨਹੀਂ ਸੀ ਨਾ, ਉਹਦੀ ਪਤਾ ਨਹੀਂ ਸੀ ਵੀ ਕੀ ਚੀਜ਼ ਹੈ। ਪਰਖ ਕਿਸੇ ਕਿਸੇ ਨੂੰ ਹੁੰਦੀ ਹੈ। ਹੁਣ ਆਪਣੇ ਘਰਾਂ ਵਿੱਚ ਪ੍ਰਸ਼ਾਦਾ ਪੱਕਦਾ ਨਾ ਜੀ, ਬੀਬੀਆਂ ਪਕਾਉਂਦੀਆਂ ਨੇ। ਉਹਦੀ ਪਰਖ ਕੋਈ ਇੱਕ ਜਾਣਾ ਕਰੇਗਾ ਵੀ ਇਹਦੇ ਵਿੱਚ ਮਿਰਚ ਜ਼ਿਆਦੀ ਹੈ, ਲੂਣ ਘੱਟ ਹੈ, ਜਾਂ ਕਿਸ ਚੀਜ਼ ਦੀ ਕਮੀ ਹੈ। ਖਾ ਸਾਰਿਆਂ ਨੇ ਜਾਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਰਖ ਕਿਸੇ ਕਿਸੇ ਨੂੰ ਹੁੰਦੀ ਹੈ। ਆ ਸਰੀਰ ਮਿਲਿਆ ਨਾ ਆਪਾਂ ਨੂੰ, ਮਾਰੇ ਕਹਿੰਦੇ ਨੇ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਹਦੀ ਪਰਖ ਨਹੀਂ ਹੈ ਕਿਸੇ ਨੂੰ ਕਿਵੇਂ ਸਾਨੂੰ ਪ੍ਰਾਪਤ ਹੋਇਆ।
ਕਿੰਨਾ ਸਮਾਂ 84 ਲੱਖ ਜੂਨਾਂ ਭੋਗਣ ਤੋਂ ਬਾਅਦ ਸਾਨੂੰ ਮਿਲਿਆ। ਤੇ ਜਿਨ੍ਹਾਂ ਨੂੰ ਇਹਦੀ ਪਰਖ ਹੋ ਗਈ, ਜਿਨ੍ਹਾਂ ਨੂੰ ਸੱਚ ਦਾ ਪਤਾ ਲੱਗ ਗਿਆ, ਉਹਨਾਂ ਨੇ ਆਪਣਾ ਫਿਰ ਇੱਕ ਇੱਕ ਸਾਹ ਰੱਬ ਦੀ ਸਾਈਡ ਤੇ ਲਾਇਆ। ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਨੇ ਕਹਿ ਦਿੱਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨੇ ਆਪਣਾ ਸਾਰਾ ਸਮਾਂ ਰੱਬ ਦੀ ਸਾਈਡ ਤੇ ਫਿਰ ਲਾਇਆ, ਜਿਹਨੂੰ ਪਰਖ ਹੋਵੇ। ਇਹ ਗਿਆ ਭਾਈ ਮਰਦਾਨਾ ਸਾਹਿਬ ਜੀ ਗਏ ਸਾਲਸਰਾਏ ਜੌਹਰੀ ਨੂੰ, ਕਹਿੰਦੇ ਜੌਹਰੀਆ ਆਹ ਲਾਲ ਮੇਰੇ ਗੁਰੂ ਨੇ ਦਿੱਤਾ, ਤੂੰ ਖਰੀਦੇਂਗਾ? ਉਹਨੇ ਦੇਖਿਆ, ਰੱਖ ਲਿਆ। ਅੰਦਰ ਗਏ, ਅੰਦਰ ਜਾ ਕੇ ਨਾ ਜੀ 101 ਰੁਪਈਆ ਚਾਂਦੀ ਦਾ ਉਹਨਾਂ ਸਮਿਆਂ ਦਾ ਥਾਲ ਵਿੱਚ ਪਾ ਕੇ, ਥਾਲ ਭਰ ਕੇ ਲਿਆ ਕੇ ਨਾ ਉੱਪਰ ਰੱਖ ਕੇ ਲਾਲ, ਤੇ ਭਾਈ ਮਰਦਾਨਾ ਸਾਹਿਬ ਜੀ ਨੂੰ ਵਾਪਸ ਮੋੜਤਾ। ਭਾਈ ਸਾਹਿਬ ਕਹਿੰਦੇ ਜੀ ਇਹ ਤੁਸੀਂ ਖਰੀਦਣਾ ਨਹੀਂ? ਕਹਿੰਦੇ ਮੈਂ ਇਹਨੂੰ ਖਰੀਦ ਨਹੀਂ ਸਕਦਾ। ਕਹਿੰਦੇ ਕਿਉਂ? ਸਾਲਸਰਾਏ ਜੌਹਰੀ ਕਹਿੰਦਾ ਮੈਂ ਤਾਂ ਨਹੀਂ ਖਰੀਦ ਸਕਦਾ, ਇਹਦੀ ਇੰਨੀ ਕੀਮਤ ਹੈ, ਇੰਨਾ ਮਹਿੰਗਾ ਹੈ ਤੇਰਾ ਲਾਲ, ਸਾਰੇ ਪਟਨੇ ਸ਼ਹਿਰ ਦੀ ਮਾਇਆ ਇਕੱਠੀ ਕਰਕੇ ਲਿਆ ਦਈਏ ਤਾਂ ਵੀ ਇਹਦਾ ਮੁੱਲ ਨਹੀਂ ਪੈ ਸਕਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨਾ ਮਹਿੰਗਾ ਹੈ। ਕਹਿੰਦੇ ਫਿਰ ਜਿਹੜਾ 101 ਰੁਪਈਆ ਇਹ ਕਾਹਦਾ? ਭਾਈ ਮਰਦਾਨਾ ਜੀ ਕਹਿੰਦੇ ਨੇ, ਤੇ ਸਾਲਸਰਾਏ ਜੌਹਰੀ ਹੱਸ ਪਿਆ ਮੋਰਿਓਂ, ਹੱਸ ਕੇ ਕਹਿੰਦਾ ਵਪਾਰੀਆ ਓਏ ਚੱਕੀ ਫਿਰਦਾ, ਪਤਾ ਤੈਨੂੰ ਵੀ ਨਹੀਂ ਕੀ ਲਈ ਫਿਰਦਾ। ਚੱਕੀ ਤਾਂ ਮੇਰੇ ਵਰਗੇ ਗੁਰਬਾਣੀ ਬਹੁਤ ਫਿਰਦੇ, ਅੱਜ ਢੋਲਕੀ ਚਮਟੇ ਬਾਜੇ ਬਹੁਤ ਸੀ ਚੱਕੀ ਫਿਰਦੇ ਆ, ਪ੍ਰਚਾਰ ਅਸੀਂ ਬਥੇੜਾ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਗੁਰਬਾਣੀ ਹੈ ਕਿ ਸਾਨੂੰ ਵੀ ਨਹੀਂ ਪਤਾ। ਗੁਰਬਾਣੀ ਦਾ ਸੱਚ ਤੁਹਾਡੇ ਘਰਾਂ ਤੱਕ ਅਸੀਂ ਪਹੁੰਚਾ ਹੀ ਨਹੀਂ ਸਕੇ। ਇਹ ਗੱਲਾਂ ਸ਼ਾਇਦ ਕੌੜੀਆਂ ਲੱਗਣਗੀਆਂ, ਚੋਲਾ ਪਾ ਲਓ, ਸਿਰ ਤੇ ਪੱਗ ਬੰਨ੍ਹ ਲਓ, ਵੱਡੀ ਸਾਰੀ ਸ੍ਰੀ ਸਾਹਿਬ ਹੱਥ 'ਚ ਫੜ ਲਓ, ਨਾਲ 4 ਸਿੰਘ ਲਾ ਲਓ ਤਾਂ ਸੰਤ ਬਣ ਗਏ। ਇੰਨਾ ਹੀ ਕੰਮ ਹੈ ਸੰਤ ਬਣਨ ਦਾ। ਹੁਣ ਤਾਂ ਅੰਦਰ ਦੀ ਹਾਲਤ ਕਿਸੇ ਦੀ ਕਿਹੋ ਜਿਹੀ ਹੈ, ਕਿੰਨੀ ਕਿਹਦੀ ਕਮਾਈ ਹੈ, ਕਿੰਨਾ ਕੁ ਭਜਨ ਬੰਦਗੀ ਇਹ ਕਰਦਾ ਹੈ, ਇਹ ਤਾਂ ਮਾਲਕ ਜਾਣੇ। ਉਹ ਹਾਸੇ ਵਾਲੀ ਗੱਲ ਹੈ। ਕਹਿੰਦੇ ਨਾ ਜੀ ਪਹਿਲਾਂ ਤੇ ਹੁੰਦਾ ਸੀ ਨਾ ਜੀ, ਕਹਿੰਦੇ ਵੀ ਇੱਟ ਪੱਟੋ ਤੇ ਸੰਤ ਨਿਕਲਦਾ ਸੀ, ਸਾਰੇ ਨਹੀਂ, ਹੋਰ ਮਹਾਂਪੁਰਸ਼ ਸਤਿਕਾਰਯੋਗ ਹਨ, ਬੰਦਗੀ ਵਾਲੀਆਂ ਰੂਹਾਂ। ਅੱਗੇ ਤੇ ਇੱਟ ਪੱਟਿਆਂ ਸੰਤ ਨਿਕਲਦਾ ਸੀ ਨਾ, ਫੇਰ ਨਿਕਲਣ ਲੱਗ ਪਿਆ ਕਹਿੰਦੇ ਇੱਟ ਦੇ ਉੱਪਰੇ ਬੈਠਾ ਹੁੰਦਾ ਹੈ। ਹੁਣ ਨਹੀਂ, ਕਹਿੰਦੇ ਹੁਣ ਇੱਟ ਭਗਾ ਕੇ ਹਵਾ 'ਚ ਮਾਰੋ, ਕਿਸੇ ਸੰਤ ਦੇ ਜਾ ਕੇ ਵੱਜਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਹਰ ਦਾ ਪਹਿਰਾਵਾ, ਬਾਹਰ ਦੇ ਸਾਡੇ ਲਿਬਾਸ ਚੰਗੀ ਗੱਲ ਹੈ, ਬਾਣਾ ਪਾਉਣਾ ਮਾੜੀ ਗੱਲ ਨਹੀਂ ਹੈ, ਪਰ ਅੰਦਰ ਵੀ ਕੁਝ ਹੋਵੇ। ਆ ਤੁਹਾਡੀ ਬਿਲਡਿੰਗ ਖੜੀ ਹੈ ਨਾ, ਥੱਲੇ ਨੀਹਾਂ 'ਚ ਕੁਝ ਪਿਆ ਹੋਇਆ ਹੈ। ਜਿਸ ਬਿਲਡਿੰਗ ਦੀਆਂ ਨੀਹਾਂ ਕਮਜ਼ੋਰ ਹੋਣ, ਜਿਸ ਇਮਾਰਤ ਦੇ ਥੱਲੇ ਕੱਖ ਵੀ ਨਾ ਨੀਹਾਂ ਵਿੱਚ ਹੋਵੇ, ਉਹ ਬਹੁਤਾ ਲੰਮਾ ਸਮਾਂ ਖੜੀ ਨਹੀਂ ਰਹਿੰਦੀ ਹੈ। ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਜਿਨ੍ਹਾਂ ਨੇ ਨਾਮ ਜਪਿਆ, ਬੰਦਗੀ ਕੀਤੀ, ਸ੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼, ਅੱਜ ਵੀ ਜੈ ਜੈਕਾਰ ਹੁੰਦੀ ਹੈ। ਮਸਤੂਆਣਾ ਸਾਹਿਬ ਵਾਲੇ ਮਹਾਂਪੁਰਸ਼ ਲੋਕੀ ਅੱਜ ਵੀ ਨਮਸਕਾਰਾਂ ਕਰਦੇ ਹਨ। ਹਰਖੋਵਾਲ ਵਾਲੇ ਮਹਾਂਪੁਰਸ਼, ਨਾਮ ਲੈਣ ਤੋਂ ਬੰਦੇ ਦੀ ਰਸਨਾ ਪਵਿੱਤਰ ਹੋ ਜਾਂਦੀ ਹੈ। ਗੱਲ ਅੰਦਰ ਨਾਲ ਹੈ, ਬਾਹਰ ਨਾਲ ਨਹੀਂ। ਨਾ ਮਸਜਿਦ ਦੀ ਨਾ ਮੰਦਰ ਦੀ ਕੋਈ ਗੱਲ ਸੁਣਾ ਦੇ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਹੈ। ਤੇ ਜਿਨ੍ਹਾਂ ਨੂੰ ਹੈ ਉਹ ਲੁਕੇ ਬੈਠੇ ਨੇ। ਜਿਨ ਹਰ ਪਾਇਓ ਤਿਨੇ ਛਪਾਇਓ। ਇੱਥੇ ਤਾਂ ਜਿਨ੍ਹਾਂ ਨੇ ਪਾ ਲਿਆ ਲੁਕ ਕੇ ਬੈਠਦੇ ਨੇ। ਜਿਨ੍ਹਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਈ, ਸਿਆਣੇ ਕਹਿੰਦੇ ਹੁੰਦੇ ਨੇ ਗੁੜ ਨੰਗਾ ਪਿਆ ਹੋਵੇ ਤੇ ਮੱਖੀਆਂ ਖਰਾਬ ਹੀ ਕਰਦੀਆਂ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਢਕਿਆ ਹੀ ਚੰਗਾ ਹੈ। ਜਿਨ੍ਹਾਂ ਨੇ ਬੰਦਗੀ ਕੀਤੀ, ਨਾਮ ਜਪਿਆ, ਉਹ ਢਕੇ ਬੈਠੇ ਨੇ, ਲੁਕੇ ਹੋਏ ਬੈਠੇ ਹਨ। ਸਾਲਸਰਾਏ ਜੌਹਰੀ ਕਹਿਣ ਲੱਗਾ, ਜੌਹਰੀਆ ਇਹਦੀ ਮੈਂ ਕੀਮਤ ਨਹੀਂ ਦੇ ਸਕਦਾ, ਵਪਾਰੀਆ ਇਹਦੀ ਕੀਮਤ ਨਹੀਂ ਮੈਂ ਪਾ ਸਕਦਾ, ਲੈ ਜਾ ਵਾਪਸ। ਕਹਿੰਦੇ 101 ਰੁਪਈਆ ਕਾਹਦਾ ਦਿੱਤਾ ਫਿਰ? ਕਹਿੰਦਾ ਸਾਡੀ ਮਰਿਆਦਾ ਹੈ ਵੀ ਜਦੋਂ ਅਸੀਂ ਇਸ ਚੀਜ਼ ਦੇ ਦਰਸ਼ਨ ਕਰਾਂਗੇ ਕਿਸੇ ਕੋਲੋਂ, ਉਹਦਾ 101 ਰੁਪਈਆ ਦਰਸ਼ਨੀ ਭੇਟ ਰੱਖ ਕੇ ਮੱਥਾ ਟੇਕਣਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਇੰਨੀ ਮਹਿੰਗੀ ਚੀਜ਼ ਤੂੰ ਲਈ ਫਿਰਦਾ। ਜਦੋਂ ਇੰਨੀ ਗੱਲ ਭਾਈ ਮਰਦਾਨਾ ਜੀ ਨੇ ਸੁਣੀ ਤਾਂ ਬੜੇ ਖੁਸ਼, ਖਿੜ ਗਏ ਬਾਗੂ ਬਾਗ ਵੀ ਮੈਂ ਤਾਂ ਮਹਾਰਾਜ ਨੇ ਐਵੇਂ ਮੱਥਾ ਲਾਉਂਦਾ ਰਿਹਾ ਵੀ ਬਾਬਾ ਕਿੱਥੇ ਜੰਗਲ ਬੇਲਿਆਂ ਵਿੱਚ ਖਿੱਚੀ ਫਿਰਦਾ, ਨਾ ਛਕਣ ਨੂੰ ਪ੍ਰਸ਼ਾਦਾ, ਨਾ ਰਹਿਣ ਨੂੰ ਮਕਾਨ। ਆਹ ਤਾਂ ਬਾਬੇ ਨੇ ਚੀਜ਼ ਬੜੀ ਸੋਹਣੀ ਦੇ ਦਿੱਤੀ, ਜਿੱਥੇ ਮਰਜ਼ੀ ਜਾ ਕੇ ਵਿਖਾਇਆ ਕਰਾਂਗੇ, 101 ਰੁਪਈਆ ਲੈ ਆਇਆ ਕਰਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਯਾਦ ਰੱਖਿਓ, ਗੁਰੂ ਨਾਨਕ ਸਾਹਿਬ ਨੇ ਜਿੰਨਿਆਂ ਦਾ ਭਲਾ ਕੀਤਾ, ਜਿੰਨੇ ਸੰਸਾਰ ਦਾ ਭਲਾ ਕੀਤਾ, 80% ਭਾਈ ਮਰਦਾਨੇ ਦੇ ਨਾਲ ਹੋਣ ਕਰਕੇ ਹੋਇਆ। ਕੋਈ ਨਾ ਕੋਈ ਵਿਧ ਬਣਦੀ ਸੀ ਭਾਈ ਮਰਦਾਨੇ ਦੇ ਕਰਕੇ।
ਸੱਜਣ ਠੱਗ ਨੂੰ ਤਾਰਿਆ ਭਾਈ ਮਰਦਾਨੇ ਦੇ ਕਰਕੇ, ਕੌਡੇ ਰਾਖਸ਼ ਨੂੰ ਤਾਰਿਆ ਭਾਈ ਮਰਦਾਨੇ ਦੇ ਕਰਕੇ। ਕਿੰਨਿਆਂ ਦਾ ਨਾਮ ਲਿਆ ਜਾਵੇ। ਸੋਚਦੇ ਆ, ਕਹਿੰਦੇ ਆਹ ਗੱਲ ਬਣ ਗਈ, ਜਿੱਥੇ ਗਏ ਦਿਖਾਇਆ 101 ਰੁਪਈਆ ਲਿਆ, 2-4 ਮਹੀਨਿਆਂ ਪਿੱਛੋਂ ਘਰੇ ਗੇੜਾ ਮਾਰਿਆ, ਨਾਲੇ 5-7 ਹਜ਼ਾਰ ਰੁਪਈਆ ਦੇ ਆਏ, ਮੁੜ ਕੇ ਆ ਕੇ ਬਾਬੇ ਨਾਲ ਫੇਰ ਕੀਰਤਨ ਤੇ ਉਹ ਚੱਕਿਆ 101 ਰੁਪਈਏ ਦਾ ਥਾਲ, ਬੜੇ ਖੁਸ਼ ਹੋਏ ਤੁਰੇ ਜਾਂਦੇ ਨੇ। ਇੱਕ ਯਾਦ ਥੋੜੀ ਜਿਹੀ ਬੇਨਤੀ ਮੈਂ ਤੁਹਾਨੂੰ ਕਰ ਦੇਵਾਂ, ਇਹ ਇਦਾਂ ਦੇ ਬਚਨ ਤੁਹਾਡੇ ਨਾਲ ਤਾਂ ਕਰੀਦੇ ਸੰਗਤ ਥੋੜਾ ਜਿਹਾ ਖੁਸ਼ ਹੋ ਕੇ ਬੈਠੀ ਰਹਿੰਦੀ ਹੈ, ਆਲਸ ਨਹੀਂ ਪੈਂਦਾ, ਤਾਂ ਕਰਕੇ ਇਦਾਂ ਦੇ ਬਚਨ ਕਰ ਦਈਦੇ ਆ। ਭਾਈ ਮਰਦਾਨਾ ਸਾਹਿਬ ਜੀ ਬੜੇ ਖੁਸ਼ ਖਿੜੇ ਹੋਏ ਤੁਰੇ ਆਉਣ, ਭੱਜੇ ਆਉਣ, ਤੇ ਗੁਰੂ ਨਾਨਕ ਸਾਹਿਬ ਜੀ ਦੇਖ ਕੇ ਸਮਝ ਗਏ ਵੀ ਗੱਲ ਬਣ ਗਈ। ਤੀਜਾ ਇਹਦਾ ਗੇੜਾ, ਇਹਦੀਆਂ ਲੱਤਾਂ ਫੁੱਲੀਆਂ ਚਾਹੀਦੀਆਂ ਸੀ, ਮੂੰਹ ਉਤਰਿਆ ਚਾਹੀਦਾ ਸੀ, ਖਿੜਿਆ ਹੀ ਆਉਂਦਾ, ਕੋਈ ਗੱਲ ਹੈ ਜ਼ਰੂਰ। ਨਮਸਕਾਰ ਕੀਤੀ, ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕੀਤੀ, ਮੇਰੇ ਕੀਰਤਨ ਦਾ ਤੁਸੀਂ ਮੁੱਲ ਪਾ ਦਿੱਤਾ। ਮਾਰੇ ਕਹਿੰਦੇ ਕੀ ਹੋ ਗਿਆ? ਕਹਿੰਦੇ ਜੀ ਉਹ ਕਹਿੰਦਾ ਇਹਨੂੰ ਮੈਂ ਖਰੀਦ ਨਹੀਂ ਸਕਦਾ, 101 ਰੁਪਈਆ ਦਰਸ਼ਨੀ ਭੇਟ ਦੇ ਕੇ ਤੋਰਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ, ਤੈਨੂੰ ਮੈਂ ਇਹ ਨਹੀਂ ਸੀ ਕਿਹਾ ਕਿ ਦਰਸ਼ਨੀ ਭੇਟ ਲੈ ਕੇ ਆਏ, ਵੀ ਆਪਾਂ ਮਾਇਆ ਕੀ ਕਰਨੀ ਹੈ ਬਈ, ਤੈਨੂੰ ਮੈਂ ਕਿਹਾ ਸੀ ਇਹਨੂੰ ਵੇਚ ਕੇ ਆ, ਚੱਕ ਲਾ 101 ਰੁਪਈਆ। ਉਹ ਵਪਾਰੀ ਨੂੰ ਜਾ ਕੇ ਆਖ, ਜੌਹਰੀ ਨੂੰ ਆਖ, ਜਾਂ ਸਾਡਾ ਲਾਲ ਖਰੀਦ ਲਾ, ਨਹੀਂ 101 ਰੁਪਈਆ ਆਪਣਾ ਵਾਪਸ ਲੈ ਲਾ, ਚੱਕ ਕੇ ਲੈ ਲਾ ਵਾਪਸ। ਤੇ ਭਾਈ ਮਰਦਾਨਾ ਸਾਹਿਬ ਜੀ ਤੁਰਤਾਂ ਪਏ, ਮਨ ਨਾ ਕਰੇ ਮੁੜ ਤੁਰੇ, ਪਰ ਗੁਰੂ ਦੇ ਸਿੱਖ ਸੀ ਨਾ, ਸੱਚੇ ਪੱਕੇ, ਆਪਣੇ ਵਰਗੇ ਨਹੀਂ ਸੀ। ਜੇ ਕੋਈ ਆਪਣੇ ਵਰਗਾ ਬਾਬੇ ਨਾਲ ਹੁੰਦਾ ਤੇ ਆਪਾਂ ਨੂੰ ਮਹਾਰਾਜ ਕਹਿੰਦੇ ਮੋੜਿਆ, ਆਪਾਂ ਤਾਂ ਨਹੀਂ ਸੀ ਮੁੜਦੇ ਕਦੇ। ਪਹਿਲਾਂ ਤਾਂ 101 ਦੱਸਣਾ ਨਹੀਂ ਸੀ, ਆ ਕੇ ਕਹਿਣੇ 51 ਸੀ, ਕਹਿਣਾ ਮਹਾਰਾਜ 51 ਹੀ ਮਿਲੇ ਆ। ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ 51 ਹੀ ਮਿਲੇ ਆ ਜੇ ਆਪਣੇ ਵਰਗਾ ਹੁੰਦਾ, ਪਰ ਉਹ ਸੀ ਪੱਕੇ। ਔਖਾ ਹੋਇਆ ਭਾਵੇਂ, ਪਰ ਯਾਦ ਰੱਖਿਓ ਸਿੱਖੀ ਔਖੇ ਹੋਏ ਬਿਨਾਂ ਕਮਾਈ ਨਹੀਂ ਜਾਣੀ ਹੈ। ਨਾਲੇ ਸੌਖਾ, ਨਾਲੇ ਸਿੱਖ, ਨਾਲੇ ਸੁੱਖ, ਨਾਲੇ ਆਰਾਮ, ਨਾਲੇ ਸਿੱਖੀ। ਇਦਾਂ ਨਹੀਂ, ਜੇ ਸਿੱਖੀ ਕਮਾਉਣੀ ਹੈ ਨਾ ਤਾਂ ਚਰਖੜੀ ਦੇ ਉੱਪਰ ਚੜ ਕੇ ਆਪਣੇ ਆਪ ਨੂੰ ਕੁਰਬਾਨ ਕਰਨਾ ਪਏਗਾ, ਆਰੇ ਥੱਲੇ ਖੜੇ ਹੋਣਾ ਪਏਗਾ, ਦੇਗਾਂ ਵਿੱਚ ਉਬਲਣਾ ਪਏਗਾ, ਬੰਦ ਕਟਵਾਉਣਾ ਪਏਗਾ। ਉਹ ਯਾਦ ਰੱਖਿਓ, ਜੀ ਜਿਉਂਦੇ ਮਰ ਜਾਈਦਾ, ਸਿੱਖੀ ਕਮਾਉਣੀ ਔਖੀ, 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 ਜਿਉਂਦੇ ਮਰ ਜਾਈਦਾ, ਸਿੱਖੀ ਕਮਾਉਣੀ ਔਖੀ। ਸੇਵਕ ਹੈ ਬਣਨਾ ਔਖਾ, 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 ਸੇਵਕ ਹੈ ਬਣਨਾ ਔਖਾ। ਜਿਉਂਦੇ ਮਰ ਜਾਈਦਾ, ਸੇਵਕ ਹੈ ਬਣਨਾ, ਜਿਉਂਦੇ ਮਰ ਜਾਈਦਾ ਜੀ, ਸੇਵਕ ਹੈ ਬਣਨਾ ਔਖਾ, ਜਿਉਂਦੇ ਮਰ ਜਾਈਦਾ, 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 ਸੇਵਕ ਹੈ ਬਣਨਾ ਔਖਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਮਰਦਾਨਿਆਂ ਵਾਪਸ ਕਰਿਆ, ਲੈ ਗਏ ਚੁੱਕ ਕੇ ਵਾਪਸ। ਤੇ ਜੌਹਰੀ ਨੂੰ ਕਹਿੰਦੇ, ਜੌਹਰੀਆ ਮੇਰਾ ਗੁਰੂ ਕਹਿੰਦਾ ਵੀ ਜਾਂ ਤੇ ਇਹਨੂੰ ਖਰੀਦ ਲਾ, ਤੇ ਜਾਂ 101 ਰੁਪਈਆ ਆਪਣਾ ਵਾਪਸ ਕਰ ਲਾ। ਜੌਹਰੀ ਕਹਿੰਦਾ ਹੈ, ਸਾਲਸਰਾਏ ਜੌਹਰੀ ਸੋਚਦਾ ਹੈ ਵੀ ਇਹੋ ਜਿਹਾ ਕਿਹੜਾ ਸੰਤ ਆ ਗਿਆ, ਇਹੋ ਜਿਹਾ ਕਿਹੜਾ ਰੱਬ ਦਾ ਪਿਆਰਾ ਆ ਗਿਆ, ਜਿਹੜਾ ਇਸ ਸਮੇਂ ਦਾ 101 ਰੁਪਈਆ ਚਾਂਦੀ ਦਾ ਮੋੜ ਰਿਹਾ ਸਾਨੂੰ। ਕਹਿੰਦਾ ਖਰੀਦਾਂ ਭਾਵੇਂ ਨਾ ਖਰੀਦਾਂ, ਪਰ ਦਰਸ਼ਨ ਜ਼ਰੂਰ ਕਰਨੇ ਨੇ। ਸੰਖੇਪ ਬੇਨਤੀ ਮੈਂ ਕਰਾਂ, ਸਾਲਸਰਾਏ ਜੌਹਰੀ ਨੇ ਨਾ ਜੀ ਆਪਣਾ ਨੌਕਰ ਨਾਲ ਲਿਆ, ਸਿਰ ਤੇ ਟਿਕਾਇਆ ਪ੍ਰਸ਼ਾਦਿਆਂ ਵਾਲਾ ਟੋਕਰਾ, ਨਾਲ ਲਿਆ ਭਾਈ ਮਰਦਾਨਾ ਜੀ ਨੂੰ,
ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਆ ਗਿਆ, ਮੱਥਾ ਟੇਕਿਆ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆ ਤੁਹਾਡੇ ਵਾਸਤੇ ਪ੍ਰਸ਼ਾਦਾ ਲੈ ਕੇ ਆਏ, ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦਾ ਜੀ ਮੇਰਾ ਨਾਮ ਹੈ ਸਾਲਸਰਾਏ। ਕੰਮ ਕੀ ਕਰਦਾ ਹੈ? ਜੀ ਮੈਂ ਜੌਹਰੀ ਆ, ਹੀਰੇ ਮੋਤੀਆਂ ਦੀ ਮੈਨੂੰ ਪਰਖ ਕਰਨੀ ਆਉਂਦੀ ਹੈ। ਤੇ ਗੁਰੂ ਨਾਨਕ ਸਾਹਿਬ ਹੱਸ ਕੇ ਕਹਿਣ ਲੱਗੇ, ਜੌਹਰੀਆ ਓਏ ਹੁਣ ਤੱਕ ਕਾਚੀ ਪਰਖਣਾ ਸਿੱਖਿਆ ਕਿ ਸੱਚ ਪਰਖਣਾ ਵੀ ਆਉਂਦਾ ਹੈ? ਕਾਚੀ ਪਰਖਦਾ ਰਿਹਾ ਹੁਣ ਤੱਕ? ਇਹ ਹੱਥ ਜੋੜ ਕੇ ਕਹਿੰਦਾ, ਮਹਾਰਾਜ ਮੈਨੂੰ ਕੱਚ ਪਰਖਣਾ ਕਿਸੇ ਨੇ ਸਿਖਾਇਆ ਸੀ, ਸੱਚ ਪਰਖਣਾ ਤੁਸੀਂ ਸਿਖਾ ਦਿਓ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਰਪਾ ਕਰੋ ਮੇਰੇ ਘਰ ਚੱਲੋ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਸੱਚ ਪਰਖਣਾ ਸਿੱਖਣਾ ਹੈ, ਆਪਣੇ ਆਪ ਦੀ ਪਰਖ ਕਰਨੀ ਸਿੱਖਣੀ ਹੈ। ਆਪਣੇ ਆਪ ਦੀ ਪਰਖ ਕੀ ਹੈ ਬਈ? ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਕਿੱਥੋਂ ਆਏ ਆਪਾਂ ਸਾਰੇ, ਅੱਗੇ ਕਿੱਥੇ ਜਾਣਾ ਹੈ, ਸਾਨੂੰ ਕਿਹਨੇ ਭੇਜਿਆ, ਕਿਸ ਕੰਮ ਵਾਸਤੇ ਭੇਜਿਆ? ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਮਰੀਆ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਵੀ ਆਪਣੇ ਆਪ ਦੀ ਪਰਖ ਕਰਨੀ ਸਿੱਖਣੀ ਹੈ। ਹਾਂ ਮਹਾਰਾਜ। ਕਹਿੰਦੇ ਇੱਕ ਕੰਮ ਕਰਨਾ ਪਏਗਾ। ਕਹਿੰਦੇ ਹੁਕਮ ਕਰੋ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜਾ ਖੜਾ ਟੋਕਰਾ ਚੱਕੀ ਕੌਣ ਹੈ ਇਹ? ਸੱਚੇ ਪਾਤਸ਼ਾਹ ਮੇਰਾ ਨੌਕਰ ਹੈ। ਕਹਿੰਦੇ ਤੇਰਾ ਨੌਕਰ ਹੈ? ਹਾਂ ਮਹਾਰਾਜ। ਕਹਿੰਦੇ ਜੇ ਆਪਣੇ ਆਪ ਦੀ ਪਛਾਣ ਕਰਨੀ ਸਿੱਖਣੀ ਹੈ, ਆਪਣੇ ਆਪ ਨੂੰ ਪਰਖਣਾ ਸਿੱਖਣਾ ਹੈ, ਆਪਣੇ ਨੌਕਰ ਨੂੰ ਮੱਥਾ ਟੇਕ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹਦਾ ਭਾਵ ਕੀ ਸੀ ਭਲਾ? ਪਹਿਲਾਂ ਪੜ੍ਹ ਕੇ ਨਹੀਂ ਹਟੇ ਆਪਾਂ, ਤਾਜੇ ਅਭਿਮਾਨ ਲੇਹੋ ਮਨ ਮੂਲ, ਆਪਣਾ ਹੰਕਾਰ ਛੱਡ। ਗੁਰੂ ਦੇ ਘਰ ਦੀ ਸਭ ਤੋਂ ਪਹਿਲੀ ਇਹ ਸ਼ਰਤ ਹੈ ਗੁਰੂ ਘਰ ਵਿੱਚ ਆਉਣ ਦੀ, ਆਪਣਾ ਹੰਕਾਰ ਬਾਹਰ ਰੱਖ ਕੇ ਆਵੇਂ। ਪਿੰਡ ਦਾ ਸਰਪੰਚ ਹੈ, ਇਲਾਕੇ ਦਾ MLA ਹੈ, ਸਟੇਟ ਦਾ ਮੁੱਖ ਮੰਤਰੀ ਹੈ, ਤੂੰ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ, ਜੋ ਮਰਜ਼ੀ ਹੋਏਗਾ, ਬਾਹਰ ਹੋਏਗਾ, ਇੱਥੇ ਗੁਰੂ ਦਾ ਸਿੱਖ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਖ ਦਾ ਭਾਵ ਕੀ? ਸਿੱਖਣ ਵਾਲਾ। ਸਿੱਖ ਦਾ ਕੰਮ ਹੈ ਆਖਰੀ ਸਾਹ ਤੱਕ ਸਿੱਖਣਾ। ਸਾਰੇ ਖੜੇ ਵੇਖਦੇ ਸੀ, ਕਹਿੰਦੇ ਇਹਨੇ ਆਪਣੇ ਨੌਕਰ ਨੂੰ ਮੱਥਾ ਟੇਕ ਦਿੱਤਾ। ਪਟਨੇ ਸ਼ਹਿਰ ਦਾ ਸਭ ਤੋਂ ਅਮੀਰ ਬੰਦਾ, ਜਦੋਂ ਇਹਨੇ ਮੱਥਾ ਟੇਕਿਆ, ਗੁਰੂ ਦਾ ਬਚਨ ਮੰਨਿਆ, ਮਾਰੇ ਕਹਿੰਦੇ ਚੰਗਾ ਜੌਹਰੀਆ ਚੱਲ ਹੁਣ ਤੇਰੇ ਘਰ ਚੱਲਦੇ ਆ। ਗੁਰੂ ਗੋਬਿੰਦ ਸਿੰਘ ਦਾ ਜਨਮ ਪਟਨਾ ਸਾਹਿਬ ਕਿਉਂ ਹੋਇਆ? ਗੁਰੂ ਨਾਨਕ ਸਾਹਿਬ ਜੀ ਸਾਲਸਰਾਏ ਜੌਹਰੀ ਨਾਂ ਦੇ ਫਿਰ ਘਰ ਗਏ। ਇਹਨੇ ਬੜੀ ਸੇਵਾ ਮਹਾਰਾਜ ਦੀ ਕੀਤੀ। ਕੀਰਤਨ ਹੋਣ ਲੱਗ ਪਿਆ, ਸੰਗਤਾਂ ਆਉਣ ਲੱਗ ਪਈਆਂ, ਪ੍ਰਸ਼ਾਦਾ ਚੱਲਣ, ਲੰਗਰ ਚੱਲਣ ਲੱਗ ਪਿਆ, ਭੰਡਾਰੇ ਚੱਲਣ ਲੱਗ ਪਏ। ਥੋੜੇ ਸਮੇਂ ਪਿੱਛੋਂ ਗੁਰੂ ਨਾਨਕ ਸਾਹਿਬ ਕਹਿੰਦੇ ਚੰਗਾ ਵੀ ਜੌਹਰੀਆ ਹੁਣ ਅਸੀਂ ਚੱਲਦੇ ਹਾਂ, ਹੁਣ ਸਾਨੂੰ ਆਗਿਆ ਦਿਓ, ਖੁਸ਼ੀਆਂ ਦਿਓ ਬਈ। ਤੇ ਜੌਹਰੀ ਨੇ ਹੱਥ ਜੋੜ ਲਿਆ, ਕਹਿੰਦਾ ਸੱਚੇ ਪਾਤਸ਼ਾਹ ਇਹ ਗੱਲ ਹੈ ਝੂਠੀ, ਮੈਂ ਤੁਹਾਨੂੰ ਜਾਣ ਨਹੀਂ ਦੇਣਾ। ਮਾਰੇ ਕਹਿੰਦੇ ਕਿਉਂ? ਜਾਣ ਕਿਉਂ ਨਹੀਂ ਦੇਣਾ? ਸੱਚੇ ਪਾਤਸ਼ਾਹ ਜੇ ਤੁਸੀਂ ਚਲੇ ਗਏ, ਮੇਰਾ ਤੁਹਾਡੇ ਤੋਂ ਬਿਨਾਂ ਜੀ ਨਹੀਂ ਲੱਗਣਾ। ਆਪਣੇ ਅੰਦਰ ਝਾਤੀ ਮਾਰ ਕੇ ਦੇਖਿਓ ਸਾਰੇ ਜਾਣੇ, ਕਦੇ ਆਪਣੇ ਮਨ ਵਿੱਚ ਵੀ ਇਹ ਗੱਲ ਆਈ ਹੈ ਵੀ ਸਾਡਾ ਸਾਡੇ ਗੁਰੂ ਤੋਂ ਬਿਨਾਂ ਜੀ ਨਹੀਂ ਲੱਗਦਾ? ਕਦੇ ਹੋਈ ਗੱਲ ਏਦਾਂ ਮਨ ਵਿੱਚ? ਬਹੁਤਾਤ ਸਾਡੇ ਘਰਾਂ, ਸਾਡੇ ਪਿੰਡਾਂ ਵਿੱਚ ਇਹ ਗਿਣਤੀ ਹੈ, ਕਈ ਤਾਂ ਸੰਗਰਾਂਦਗੇ ਸਿੱਖ ਨੇ, ਸੰਗਰਾਂਦਗੇ ਸੰਗਰਾਂਦ ਦੀ ਸੰਗਰਾਂਦ ਮੱਥਾ ਟੇਕਣ ਘੜੀ ਦੀ ਘੜੀ ਆਉਣਗੇ। ਪੰਜਾਂ ਸਿੰਘਾਂ ਦਾ ਕੀ ਬਚਨ ਹੈ ਅੰਮ੍ਰਿਤਧਾਰੀਆਂ ਨੂੰ ਵੀ ਸਿੱਖ ਨੇ ਘੱਟੋ ਘੱਟ, ਜ਼ਿਆਦਾ ਨਹੀਂ ਤਾਂ ਘੱਟੋ ਘੱਟ 24 ਘੰਟਿਆਂ ਵਿੱਚ ਇੱਕ ਵਾਰੀ ਗੁਰੂ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਗੁਰੂ ਘਰੇ ਆਉਣਾ ਹੈ। ਇਹ ਬਚਨ ਹੈ ਪੰਜਾਂ ਸਿੰਘਾਂ ਦਾ। ਹੋਵੇ ਮੱਛੀ ਤੇ ਪਾਣੀ ਤੋਂ ਬਿਨਾਂ ਜਿਉਂਦੀ ਰਹਿ ਜਾਵੇ, ਉਹ ਮੱਛੀ ਥੋੜੋ ਹੈ। ਤੁਸੀਂ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਕੇ ਰੱਖ ਦੇਵੋ, ਉਹ ਜਿਉਂਦੀ ਰਹਿ ਜਾਵੇ, ਮੱਛੀ ਨਹੀਂ ਹੈ। ਮਾਰੇ ਕਹਿੰਦੇ ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜਿਨ ਜਲ ਸਿਓ ਹੇਤ ਵਢਾਇਓ, ਭਵਰ ਹੇਤ ਬਿਨ ਸਿਓ ਹੈ ਭਵਰਾ। ਭੌਰਾ ਫੁੱਲਾਂ ਤੋਂ ਬਿਨਾਂ ਬਚ ਜਾਵੇ, ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੇ। ਬੂੰਦ ਵੀ ਹੋਣਾ ਚਾਤਰ ਕੋ, ਕਿਉਂ ਕਰ ਤ੍ਰਿਪਤਾਵੇ। ਲੋ ਪੜਿਓ ਵਧੀਆ ਦੀ ਸਾਰੇ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾਂ। ਸਾਰੇ ਬੋਲਿਓ ਗੱਜ ਕੇ ਭਾਈ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ ਜੀ, ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾਂ। ਜਿਵੇਂ ਮੱਛੀ ਨਾ ਪਾਣੀ ਤੋਂ ਬਿਨਾਂ ਜੀਵੇ, ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾਂ। ਬੋਲੋ ਮੱਛੀ ਨਾ ਪਾਣੀ ਤੋਂ ਬਿਨਾਂ ਸਿੱਖ ਨਹੀਂ ਬਚਦਾ ਗੁਰਾਂ। ਜਿਵੇਂ ਮੱਛੀ ਨਾ, ਗੱਜ ਕੇ ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾਂ। ਜਿਵੇਂ ਮੱਛੀ
ਨਹੀਂ ਬਚਦਾ ਗੁਰਾਂ ਤੋਂ ਬਿਨਾ ਜਿਵੇਂ ਮੱਛੀ ਨਾ ਜੀ ਸਿੱਖ ਨਹੀਂ ਬਚਦਾ ਗੁਰਾਂ ਤੋਂ ਬਿਨਾ ਕਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਸੱਚੇ ਪਾਤਸ਼ਾਹ ਮੇਰਾ ਤੁਹਾਡੇ ਬਿਨਾ ਜੀ ਨਹੀਂ ਲੱਗਣਾ। ਗੁਰੂ ਨਾਨਕ ਸਾਹਿਬ ਕਹਿੰਦੇ ਜੌਹਰੀਆ ਸਾਡੀ ਕਰਤਾਰ ਨੇ ਡਿਊਟੀ ਲਾਈ ਸੰਸਾਰ ਦਾ ਭਲਾ ਕਰਨ ਵਾਸਤੇ। ਜੇ ਤੇਰੇ ਕੋਲ ਰਹਿ ਪਏ ਤੇ ਬਾਕੀਆਂ ਕੋਲ ਕਿਵੇਂ ਪਹੁੰਚਾਂਗੇ ਫਿਰ। ਹਜੇ ਤੇ ਪਹਿਲੀ ਉਦਾਸੀ ਹੈ। ਇਹ ਕਹਿੰਦਾ ਸੱਚੇ ਪਾਤਸ਼ਾਹ ਫੇ ਇੱਕ ਕੰਮ ਕਰੋ ਮੇਰੀ ਬੇਨਤੀ ਹੈ। ਮਾਰੇ ਕਹਿੰਦੇ ਦੱਸੋ। ਕਹਿੰਦਾ ਇਹ ਦੱਸ ਕੇ ਜਾਓ ਮੁੜ ਕੇ ਕਦੋਂ ਆਓਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੌਹਰੀਆ ਵੀ ਇਹ ਕੰਮ ਹੈਗਾ ਔਖਾ, ਮੁੜ ਕੇ ਨਹੀਂ ਆਇਆ ਜਾਣਾ, ਮੁੜ ਕੇ ਨਹੀਂ ਮੈਂ ਆ ਸਕਦਾ। ਇਹ ਰੋ ਪਿਆ, ਅੱਖਾਂ ਵਿੱਚ ਪਾਣੀ ਆ ਗਿਆ। ਕਹਿੰਦਾ ਮਹਾਰਾਜ ਜੇ ਮੁੜ ਕੇ ਨਹੀਂ ਆਉਣਾ ਫਿਰ ਜਾਣਾ ਹੀ ਕਾਹਤੋਂ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਮੁੜ ਕੇ ਨਹੀਂ ਤੁਸੀਂ ਆਉਣਾ ਮੇਰੇ ਘਰੇ ਫਿਰ ਜਾਣਾ ਕਾਹਤੋਂ ਹੈ। ਸੱਚੇ ਪਾਤਸ਼ਾਹ ਆ ਰੌਣਕਾਂ ਮੇਰੇ ਘਰੋਂ ਚਲੀਆਂ ਜਾਣਗੀਆਂ। ਸੰਗਤ ਸਵੇਰੇ ਸ਼ਾਮ ਆਉਂਦੀ ਹੈ, ਕੀਰਤਨ ਹੁੰਦਾ ਹੈ, ਲੰਗਰ ਚੱਲਦਾ ਹੈ, ਰੱਬ ਦਾ ਨਾਮ ਇੱਥੇ ਜਪ ਹੁੰਦਾ। ਮਹਾਰਾਜ ਮੇਰਾ ਮਹਿਲ ਸੁੰਨਾ ਹੋ ਜਾਏਗਾ, ਮੇਰਾ ਘਰ ਸੁੰਨਾ ਹੋ ਜਾਏਗਾ ਤੁਹਾਡੇ ਤੋਂ ਬਿਨਾ। ਮਾਰੇ ਤੁਹਾਡੀ ਕਿਰਪਾ ਹੈ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ। ਰਾਮ ਰਾਜੇ ਤੁਹਾਡੇ ਨਾਲ ਤੇ ਮੇਰੇ ਘਰੇ ਰੌਣਕਾਂ ਲੱਗ ਗਈਆਂ। ਸੱਚੇ ਪਾਤਸ਼ਾਹ ਜੀ ਮੇਰਾ ਮਨ ਨਹੀਂ ਲੱਗਣਾ, ਮੈਂ ਨਹੀਂ ਜਾਣ ਦਿੰਦਾ। ਤੇ ਸੁਣਿਓ ਹੁਣ ਉਹ ਭਜਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਉੱਥੇ ਕਿਉਂ ਹੋਇਆ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪਟਨਾ ਸਾਹਿਬ ਦੀ ਧਰਤੀ ਤੇ ਸਾਲਸਰਾਏ ਜੌਹਰੀ ਦੇ ਘਰੇ ਖੜੇ ਹੋ ਕੇ ਇਹ ਗੱਲ ਕਹੀ ਸੀ। ਕਹਿੰਦੇ ਜੌਹਰੀਆ ਜੇ ਤੂੰ ਕਹਿੰਦਾ ਮੇਰੇ ਘਰੋਂ ਰੌਣਕਾਂ ਨਾ ਜਾਣ, ਮੇਰੇ ਘਰੇ ਸੰਗਤਾਂ ਇਦਾਂ ਹੀ ਆਉਂਦੀਆਂ ਰਹਿਣ, ਸਦਾ ਨਾਮ ਜਪ ਹੁੰਦਾ ਰਹੇ, ਅੱਜ ਜਾ ਲੈਣ ਦੇ। ਜਦੋਂ 10ਵੇਂ ਜਾਮੇ ਆਵਾਂਗੇ ਤੇਰੇ ਘਰੇ ਜਨਮ ਲਵਾਂਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ 10ਵੇਂ ਜਾਮੇ ਆਵਾਂਗੇ ਤੇਰੀ ਕੋਠੀ ਵਿੱਚ ਜਨਮ ਲਵਾਂਗੇ। ਤੂੰ ਥੋੜੇ ਸਮੇਂ ਦੀ ਗੱਲ ਕਰਦਾ, ਇੱਥੇ ਸਦਾ ਵਾਸਤੇ ਰੌਣਕਾਂ ਲੱਗ ਜਾਣਗੀਆਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕਾਰਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਟਨਾ ਸਾਹਿਬ ਦੀ ਧਰਤੀ ਤੇ ਅਵਤਾਰ ਧਾਰਨ ਦਾ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਮਾਤਾ ਗੁਜਰੀ ਨੂੰ ਪੰਜਾਬ ਦੀ ਧਰਤੀ ਤੋਂ 1200 ਕਿਲੋਮੀਟਰ ਦੂਰ ਲੈ ਕੇ ਗਏ ਸੀ ਤੇ ਪਟਨਾ ਸਾਹਿਬ ਉਸੇ ਸਾਲਸਰਾਏ ਜੌਹਰੀ ਦੀ ਕੋਠੀ ਵਿੱਚ ਛੱਡ ਕੇ ਮਹਾਰਾਜ ਗਏ ਸੀ, ਅੱਗੇ ਨਹੀਂ ਲੈ ਕੇ ਗਏ। ਉਹ ਸਮਾਂ ਆ ਗਿਆ ਜਿਹੜਾ ਸਮਾਂ ਤੁਸੀਂ ਅੱਜ ਬੈਠੇ ਸਾਰੇ ਮਨਾ ਰਹੇ ਹੋ। ਬ੍ਰਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਲੋ ਪੜਿਓ ਸਾਰੇ ਆਖਰੀ ਧਾਰਨਾ ਫਿਰ ਸਮਾਪਤੀ ਕਰੀਏ। ਜੀ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਦ ਚੜਿਆ। ਮਾਤਾ ਗੁਜਰੀ ਨੂੰ ਮਿਲਣ ਪਟਨੇ ਚ ਚੰਦ ਚੜਿਆ। ਪਟਨੇ ਚ ਚੰਦ ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਦ ਚੜਿਆ। ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਮਿਲਣ ਵਧਾਈਆਂ। ਪਟਨੇ ਚ ਚੰਦ ਚੜਿਆ। ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਦ ਚੜਿਆ। ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਦ ਚੜਿਆ। ਮਾਤਾ ਗੁਜਰੀ ਨੂੰ ਮਿਲਣ ਵਧਾਈਆਂ, ਪਟਨੇ ਚ ਚੰਦ ਚੜਿਆ। ਪੜੋ ਸਾਰੇ ਗੁਜਰੀ ਨੂੰ ਮਿਲਣ ਗੱਜ ਕੇ
ਪਟਨੇ ਚ ਚੰਦ ਵਾ ਮਾਤਾ ਗੁਜਰੀ ਨੂੰ ਮੇਲਣ ਵਧਾਈਆਂ ਪਟਨੇ ਤੇ ਚੰਦ ਚੜਿਆ ਪਟਨੇ ਚ ਜੀ ਚੰਦ ਚੜਿਆ ਪਟਨੇ ਚ ਜੀ ਭਾਈ ਚੰਦ ਚੜਿਆ ਪਟਨੇ ਤੇ ਜੀ 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 ਚੰਦ ਚੜਿਆ ਸਭ ਸੰਗਤਾਂ ਨੂੰ ਹੋਣ ਵਧਾਈਆਂ ਸਤਿਗੁਰ ਜੀ ਦੇ ਆਉਣ ਦੀਆਂ ਸੰਗਤਾਂ ਨੂੰ ਹੋਣ ਵਧਾਈਆਂ ਸਤਿਗੁਰ ਜੀ ਦੇ ਆਉਣ ਦੀਆਂ ਸਭ ਸੰਗਤਾਂ ਨੂੰ ਹੋਣ ਵਧਾਈਆਂ ਸਤਿਗੁਰ ਜੀ ਦੇ ਆਉਣ ਦੀਆਂ ਸਭ ਸੰਗਤਾਂ ਨੂੰ ਹੋਣ ਵਧਾਈਆਂ ਸਤਿਗੁਰ ਦੇ ਆਉਣ ਸੰਗਤਾਂ ਨੂੰ ਹੋਣ ਵਧਾਈਆਂ ਸਤਿਗੁਰ ਜੀ ਦੇ ਆਉਣ ਸਭ ਸੰਗਤਾਂ ਨੂੰ ਵਧਾਈਆਂ ਸਤਿਗੁਰ ਜੀ ਦੇ ਆਉਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ ਇਸ ਕਾਰਨ ਕਰਕੇ ਅਵਤਾਰ ਧਾਰਨ ਕੀਤਾ ਸੀ। ਆਓ ਇੰਨੀ ਸੇਵਾ ਕਰਿਓ ਪ੍ਰਵਾਨ। ਆਪ ਸੰਗਤਾਂ ਦੇ ਜੋੜੇ ਝਾੜਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਕੋਈ ਬਚਨ ਕਿਸੇ ਨੂੰ ਨਾ ਚੰਗਾ ਲੱਗਾ ਹੋਵੇ, ਗੁਰਮਤਿ ਤੋਂ ਬਾਹਰ ਦਾ ਕਿਹਾ ਗਿਆ ਹੋਵੇ ਤਾਂ ਮੈਂ ਤੁਹਾਡੇ ਜੋੜਿਆਂ ਵਿੱਚ ਬੈਠ ਕੇ ਮਾਫੀ ਮੰਗਦਾ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਿਓ ਅੱਗੇ ਤੋਂ ਸੰਗਤ ਵਿੱਚ ਬੋਲਣ ਦਾ ਚੱਜ ਆ ਜਾਵੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਜਿਹੜੀ ਗੱਲ ਗੁਰਮਤਿ ਦੇ ਵਿੱਚ ਦਾਇਰੇ ਵਿੱਚ ਰਹਿ ਕੇ ਕੀਤੀ ਗਈ ਹੋਵੇ ਝੋਲੀ 'ਚ ਪਾ ਕੇ ਲੈ ਜਿਓ ਆਪਣੇ, ਜਿਹੜੀ ਨਾ ਚੰਗੀ ਲੱਗੀ ਹੋਵੇ ਉਦਾਸ ਦੀ ਝੋਲੀ ਵਿੱਚ ਪਾ ਦਿਓ। ਸੱਚੇ ਪਾਤਸ਼ਾਹ ਤੁਹਾਡੀ ਸੇਵਾ ਆਪਣੇ ਚਰਨਾਂ 'ਚ ਪ੍ਰਵਾਨ ਕਰਨਾ। ਹਾਂ, ਇੱਕ ਗੱਲ ਮੈਂ ਜ਼ਰੂਰ ਬਹੁਤ ਥਾਵਾਂ ਤੇ ਕਹਿਣਾ ਹੁੰਦਾ ਵੀ ਜੇ ਤਾਂ ਕਿ ਕਿਸੇ ਨੂੰ ਕਿ ਸੱਚੀ ਗੱਲ ਦਾ ਗੁੱਸਾ ਲੱਗਾ ਹੈ ਉਹਦੀ ਕੋਈ ਮਾਫੀ ਨਹੀਂ। ਸੱਚ ਕੌੜਾ ਲੱਗੇ 100 ਵਾਰੀ ਲੱਗੇ। ਦਵਾਈ ਕੌੜੀ ਜਿਹੜੀ ਹੋਵੇ ਨਾ ਛੇਤੀ ਅਸਰ ਕਰਦੀ ਹੁੰਦੀ ਹੈ ਤੇ ਮਿੱਠਾ ਉਹ ਮਾਰਦਾ ਹੀ ਆ ਬੰਦੇ ਨੂੰ। ਹਾਂ, ਕੋਈ ਗੱਲ ਗੁਰਮਤਿ ਤੋਂ ਬਾਹਰ ਦੀ ਕਹੀ ਗਈ ਹੋਵੇ ਤਾਂ ਉਹਦੀ ਮਾਫੀ ਬਖਸ਼ਿਓ। ਆਓ ਹੁਣ ਸਾਰੇ ਆਪਾਂ ਰਲ ਮਿਲ ਕੇ ਆਨੰਦ ਸਾਹਿਬ ਜੀ ਦਾ ਜਾਪ ਸਾਰੀ ਸੰਗਤ ਕੱਜ ਕੇ ਕਰਿਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਆਉਣ ਦੀ ਖੁਸ਼ੀ ਵਿੱਚ ਗੂੰਜਾਂ ਪਾ ਦਿਓ ਸਵਾਰ ਕੇ, ਤੇ ਉਸ ਤੋਂ ਬਾਅਦ ਵਿੱਚ ਫਿਰ ਅਰਦਾਸ ਬੇਨਤੀ ਹੁਕਮਨਾਮੇ ਹੋਣਗੇ ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਜਲ ਪਾਣੀ ਛਕ ਕੇ ਜਾਣ ਦੀ ਖੇਚਲ ਕਰਨੀ ਹੈ। ਕਾਫੀ ਸਮੇਂ ਦੇ ਆਪਾਂ ਬੈਠੇ ਆ, ਥੋੜਾ ਜਿਹਾ ਖੁਸ਼ ਹੋ ਲਈਏ। ਸਮਾਂ ਸਾਨੂੰ ਕਾਫੀ ਹੋ ਗਿਆ। ਸਮਾਂ ਸਾਨੂੰ ਬੇਨਤੀ ਹੁਕਮ ਹੋਇਆ ਸੀ, ਕਹਿੰਦੇ ਪੌਣੇ 1 ਵਜੇ ਤੱਕ ਸਮਾਪਤੀ ਕਰ ਦਿਓ। ਚਲੋ ਤੁਹਾਡਾ ਟਿਕਾ ਬਣਿਆ ਕਰਕੇ ਮੈਂ ਲੱਗਾ ਰਿਹਾ ਆਪਣੇ ਕੰਮ। ਹਜੇ ਵੀ ਮਸਾਂ ਬ੍ਰੇਕਾਂ ਲਾਈਆਂ, ਲੱਗਦੀਆਂ ਨਹੀਂ ਸੀ। ਬਾਬਾ ਜੀ ਜੋਗਾ ਸਿੰਘ ਹੁਣੀ ਗੱਲ ਸੁਣਾਉਂਦੇ ਹੁੰਦੇ ਆ, ਉਹ ਕਹਿੰਦੇ ਨਾ ਕੋਈ ਸਟੇਜ ਤੇ ਕਵਿਤਾ ਪੜ੍ਹੇ ਕਵੀ ਕੋਈ, ਉਹ ਕਾਫੀ ਲੰਮਾ ਸਮਾਂ ਲੱਗਾ ਰਿਹਾ। ਜਿਹੜੇ ਮੂਹਰੇ ਬੈਠੇ ਸੀ ਉਹ ਅੱਕ ਗਏ ਸਾਰੇ ਜਾਣੇ ਵੀ ਹਟਦਾ ਹੀ ਨਹੀਂ। ਇੱਕ ਜੱਟ ਉੱਠਿਆ, ਉਹਨੇ ਡਾਂਗ ਚੱਕੀ, ਉਹ ਸਟੇਜ ਤੇ ਖੜਾ ਕਵਿਤਾ ਪੜ੍ਹੇ। ਉਹ ਕਦੇ ਇੱਧਰਲੇ ਪਾਸੇ ਲੰਘ ਜਾਇਆ ਕਰੇ, ਕਦੇ ਇੱਧਰ ਨੂੰ ਲੰਘ ਜਾਇਆ ਕਰੇ, ਕਦੇ ਇੱਧਰ ਨੂੰ ਕਦੇ ਇੱਧਰ ਨੂੰ। ਉਹ ਡਰ ਗਿਆ ਕਵੀ ਜਿਹੜਾ ਸੀ ਵੀ ਲੱਗਦਾ ਜੱਟ ਨੂੰ ਕਵਿਤਾ ਨਹੀਂ ਪਸੰਦ ਆਈ, ਕੰਮ ਖਰਾਬ ਹੋ ਗਿਆ, ਹੁਣ ਡਾਂਗ ਫੇਰੂਗਾ। ਉਹ ਸਟੇਜ ਤੇ ਲੱਤਾਂ ਕੰਬਦੀਆਂ ਕੰਬਦੀਆਂ ਕਹਿੰਦਾ, ਜੇ ਭਾਈ ਸਾਹਿਬ ਜੀ ਸਮਾਂ ਜ਼ਿਆਦਾ ਹੋ ਗਿਆ ਤੇ ਬੰਦ ਕਰ ਦਈਏ, ਜੇ ਤੁਹਾਨੂੰ ਚੰਗਾ ਨਹੀਂ ਲੱਗਾ ਤੇ ਕਵਿਤਾ ਪੜ੍ਹਨੀ ਬੰਦ ਕਰ ਦਈਏ। ਉਹ ਜੱਟ ਕਹਿੰਦਾ ਨਹੀਂ ਤੂੰ ਲੱਗਾ ਰਹਿ, ਤੈਨੂੰ ਨਹੀਂ ਮੈਂ ਰੋਕਦਾ। ਕਹਿੰਦੇ ਫਿਰ ਡਾਂਕਾ ਤੋਂ ਚੱਕੀ ਹੈ। ਕਹਿੰਦੇ ਮੈਂ ਤੇ ਉਹ ਲੱਭਦਾ ਜਿਹੜਾ ਤੈਨੂੰ ਲੈ ਕੇ ਆਇਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮੈਂ ਤੇ ਉਹ ਲੱਭਦਾ ਜਿਹੜਾ ਤੈਨੂੰ ਲੈ ਕੇ ਆਇਆ। ਤੇ ਹੁਣ ਗੱਲ ਹੈਗੀ ਇਦਾਂ ਵੀ ਅਸੀਂ ਤੁਹਾਡੇ ਸੱਦੇ ਤਾਂ ਨਹੀਂ, ਪਰ ਬਾਬਾ ਜੋਗਾ ਸਿੰਘ ਜੀ ਹੁਣਾਂ ਨੇ ਭੇਜਿਆ। ਸਾਰੀ ਗੱਲਬਾਤ ਉਹਨਾਂ ਨਾਲ ਕਰ ਲਿਓ ਵੀ ਤੁਹਾਡਾ ਜਥਾ ਸਮਾਂ ਵੱਧ ਲੱਗ ਗਿਆ। ਗੁਰੂ ਸਾਹਿਬ ਕਿਰਪਾ ਕਰਨ, ਇਦਾਂ ਹੀ ਖੁਸ਼ ਰਹੋ।
ਗੁਰੂ ਨਾਨਕ ਦੇ ਘਰੋਂ ਹਮੇਸ਼ਾ ਹੱਸਦੇ ਜਾਇਆ ਕਰੋ, ਖੁਸ਼ ਜਾਇਆ ਕਰੋ। ਇੱਥੇ ਲੋਕੀ ਰੋਂਦੇ ਆਉਂਦੇ ਆ ਤੇ ਹੱਸਦੇ ਜਾਂਦੇ ਆ। ਹੱਸਦੇ ਜਾਓ, ਹੱਸਦੇ ਰਹੋ, ਵਸਦੇ ਰਹੋ, ਖੁਸ਼ ਰਹੋ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ। ਆਓ ਸਾਰੇ ਆਨੰਦ ਸਾਹਿਬ ਜੀ ਦਾ ਜਾਪ ਕਰੋ। ਉਸ ਤੋਂ ਬਾਅਦ ਵਿੱਚ ਅਰਦਾਸ ਹੁਕਮਨਾਮੇ ਦੇਖ ਲੈ ਕੇ ਫਿਰ ਸਾਰੀ ਸੰਗਤ ਨੇ ਆਪੋ ਆਪਣੇ ਘਰਾਂ ਨੂੰ ਜਾਣ ਦੀ ਖੇਚਲ ਕਰਨੀ ਹੈ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਗੁਰ ਕਾ ਪਾਇਆ ਸਹਿਜ ਦੇਤੀ, ਮਨ ਦੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਗਾਵੋ ਹਰੀ ਕੇਰਾ, ਮਨ ਨੇ ਵਸਾਇਆ। ਕਹਿ ਨਾਨਕ ਆਨੰਦ ਹੋਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਨਾਲ ਰਹ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ, ਕਾਜ ਸਭ ਸਵਾਰਣਾ। ਆਪਣਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ, ਸਾਚੇ ਸਾਹਿਬਾ, ਕਿਆ ਨਹੀਂ ਕਰ ਤੇਰਾ। ਕਰਤਾ ਤੇਰੇ ਸਭ ਕਿਛ ਹੈ, ਜਿਸ ਦੇ ਤੂੰ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ, ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮੇ ਆਧਾਰ ਮੇਰਾ, ਜਿਨ ਦੁਖਾਂ ਸਭ ਗਵਾਈਆਂ। ਘਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਮਿਟਾਉ, ਨਿਸਤੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ, ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਜਿਤ ਕਾਲ ਸੁਭਾਗੈ, ਕਾਲ ਸੁਭਾਗੈ। ਸ਼ਬਦ ਵਾਜੇ ਕਲਾ ਗੀਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਤਾਲ ਕੰਟਕ ਮਾਰਿਆ। ਕਰਮ ਪਾਇਆ ਦੁਖ ਦਿਨ ਕੋ, ਤੇ ਨਾਮ ਹਰ ਕੈ ਲਾਗੇ। ਤੋਰ ਕਰਮ ਪਾਇਆ ਤੁਧ ਜਿਨ ਕਾ, ਕਰਮ ਪਾਇਆ ਤੁਧ ਜਿਨ ਕਾ, ਸੇ ਨਾਮ ਹਰਿ ਕੈ ਲਾਗੇ। ਨਾਨਕ ਤੇ ਸੁਖ ਹੋਆ, ਜਿਤ ਕਰਨ ਹਦ ਵਾਗੇ। ਆਨੰਦ ਸੁਨਾਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੋਤੇ ਪੁਨੀਤ ਕਹਤੇ,
ਅਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਕਰ ਪੂਰੇ ਅਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਮਨ ਗੁਰੂ ਪਾਣੀ ਪਿਤਾ ਮਾਤਾ ਤਨ ਮਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗ ਜਗਿਆਈਆਂ ਮੁਰਿਆਈਆਂ ਵਾਜੇ ਧਰਮ ਹਦੂਰ ਹਰੀ ਆਪੋ ਆਪਣੀ ਖੇਡ ਰਹਿ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਟ ਕਾਲ ਨਾਨਕ ਤੇ ਮੁਖ ਉਠਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਟ ਕਾਲ ਨਾਨਕ ਤੇ ਮੁਖ ਉਠਲੇ ਕੀਤੀ ਛੁੱਟੀ ਨਾਲ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੁਮ ਪਹਿ